ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਜਦੋਂ ਅਸੀਂ ਪਿੱਛੇ ਜਿਹੜਾ ਝਾਤੀ ਮਾਰਦੇ ਹਾਂ, BBC ਪੰਜਾਬੀ ਤੇ ਹੋਰ ਪੰਜਾਬੀ ਦੇ ਪ੍ਰੋਗਰਾਮ ਮੇਰੇ ਖਿਆਲ ਅਸੀਂ 3 ਸਾਲ ਤੋਂ ਕਰਦੇ ਆ ਰਹੇ ਹਾਂ। ਪਰ ਜਦੋਂ ਇਹ ਪ੍ਰੋਗਰਾਮ ਅਸੀਂ ਕਰਦੇ ਹਾਂ, ਕੀ ਇਹ ਦੇਖ ਰਹੇ ਕਿ ਜਾਂ ਸਰਕਾਰ ਜਾਂ ਪੰਜਾਬ ਦੇ ਲੋਕ ਜਾਂ ਪੰਜਾਬੀ ਸਾਡੀ ਇਹ ਮਾਤ ਭਾਸ਼ਾ ਦੀ ਗੱਲ ਜਿਹੜੀ ਅਸੀਂ ਕਰਦੇ ਹਾਂ, ਕੀ ਇਸ ਦੀ ਸੋਚ ਵਿਚਾਰ ਕੋਈ ਕਰ ਰਿਹਾ ਹੈ ਕਿ ਕਿਉਂ ਨਹੀਂ ਇਹ ਸਾਡੀ ਪੰਜਾਬ ਦੀ ਮਾਤ ਭਾਸ਼ਾ, ਸਾਡੀ ਰਾਜ ਭਾਸ਼ਾ ਕਿਉਂ ਨਹੀਂ ਹਲੇ ਤੱਕ ਬਣ ਸਕੀ। ਇਹ ਸਾਰੀ ਸੋਚ ਵਿਚਾਰ ਤੇ ਕਰਦਿਆਂ ਇੱਕ ਸਿੱਟੇ ਤੇ ਪਹੁੰਚੇ ਆ ਵੀ ਇਹ ਸਾਡੀ ਸਮੱਸਿਆ ਹੈ ਕੀ ਅਸਲ ਵਿੱਚ। ਇਹ ਸਮੱਸਿਆ ਦੇ ਪਿਛੋਕੜ ਤੱਕ ਜਾਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਸੋ ਅੱਜ ਇਹ ਹੀ ਸਵਾਲ ਹੈ ਪਹਿਲਾ ਕਿ ਸਾਡੀ ਸਮੱਸਿਆ ਹੈ ਕੀ। ਇਹਦਾ ਪਿਛੋਕੜ ਜਾਣਨ ਦੇ ਲਈ ਡਾਕਟਰ ਬਲਦੇਵ ਸਿੰਘ ਜੀ ਕੰਦੋਲਾ ਤੇ ਸ਼ਿੰਦਰਪਾਲ ਸਿੰਘ ਜੀ ਮਾਹਲ ਨਾਲ ਨੇ, ਜੋ ਹਰ ਵੇਲੇ ਤਤਪਰ ਰਹਿੰਦੇ ਨੇ ਕਿ ਹਾਂ ਪਿਛੋਕੜ ਕੀਤਾ ਲੱਭਿਆ ਜਾਵੇ ਜਾਂ ਉਹਦੇ ਤੇ ਪੂਰੀ ਨਜ਼ਰ ਮਾਰੀ ਜਾਵੇ। ਤੇ ਅੱਜ ਸਾਡਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਇਸ ਤੇ ਗੱਲ ਹੋਵੇਗਾ। ਬਲਦੇਵ ਜੀ ਤੇ ਸ਼ਿੰਦਰਪਾਲ ਜੀ, ਬਹੁਤ ਬਹੁਤ ਧੰਨਵਾਦ ਤੇ ਆਪ ਜੀ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਲਦੇਵ ਜੀ, ਤੁਹਾਡੇ ਤੋਂ ਸ਼ੁਰੂ ਕਰਾਂ ਜੇ ਮੈਂ ਇਹ ਗੱਲ। ਬਹੁਤ ਪ੍ਰੋਗਰਾਮ ਕੀਤੇ ਨੇ, ਕਰੀ ਜਾ ਰਹੇ ਹਾਂ, ਤੇ ਆਹ ਜਿਹੜਾ ਸਵਾਲ ਖੜਾ ਹੋਇਆ ਵੀ ਸਾਡੀ ਮਾਤ ਭਾਸ਼ਾ ਪੰਜਾਬੀ ਦਾ ਸਮੱਸਿਆ ਹੈ ਕੀ। ਇੱਥੋਂ ਸ਼ੁਰੂ ਕਰੋ ਵੀ ਕਿਹੜੀ ਸਮੱਸਿਆ, ਇਹ ਗੱਲ ਕੀ ਹੈ ਵਿੱਚੋਂ। ਸਰਦੂਲ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ, ਵੈਦਾ ਵੈਦ ਸੁਵੈਦ ਤੂੰ ਪਹਿਲੇ ਰੋਗ ਪਛਾਣ ਜੀ, ਕਿ ਸਾਰੇ ਵਿਗਿਆਨਕ ਇਨਵੈਸਟੀਗੇਸ਼ਨ ਪੁੱਛ ਪੜਤਾਲ ਦਾ ਜਿਹੜਾ ਮੁੱਢ ਆ ਉਹ ਹੈਗਾ ਕਿ ਬਈ ਕੀ ਤੁਹਾਨੂੰ ਜਿਹੜੀ ਸਮੱਸਿਆ ਆ ਉਹ ਸਮਝ ਆ ਗਈ ਆ ਵੀ ਉਹ ਕੀ ਆ, ਕੀ ਉਸ ਸਮੱਸਿਆ ਦੀ ਤੁਸੀਂ ਵਿਆਖਿਆ ਕਰ ਸਕਦੇ ਆ। ਔਰ ਜੇਕਰ ਤੁਸੀਂ ਵਿਆਖਿਆ ਕਰ ਸਕਦੇ ਆ, ਜਦੋਂ ਤੁਸੀਂ ਵਿਆਖਿਆ ਕਰੋਗੇ ਉਸ ਸਮੱਸਿਆ ਦੀ, ਤੇ ਉਹਦਾ ਹੱਲ ਉਸ ਵਿਆਖਿਆ ਦੇ ਵਿੱਚ ਹੁੰਦਾ। ਜੀ। ਹੁਣ ਆਪਾਂ ਦੇਖੋ, ਪੰਜਾਬ ਦੇ ਵਿੱਚ ਵੀ ਆਪਾਂ ਵੀ ਬਹੁਤ ਪ੍ਰੋਗਰਾਮ ਕੀਤੇ ਹੈਗੇ ਪੰਜਾਬੀ ਭਾਸ਼ਾ ਬਾਰੇ ਕਿ ਜੀ ਇਹਨੂੰ ਜਿਹੜਾ ਬਣਦਾ ਸਥਾਨ ਆ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਨਹੀਂ ਮਿਲ ਰਿਹਾ। ਤੇ ਫਿਰ ਮੱਲੋ ਮੱਲੀ ਸਵਾਲ ਇਹ ਉੱਠਦਾ ਆ ਕਿ ਸਾਨੂੰ ਪੰਜਾਬੀ ਭਾਸ਼ਾ ਦੀ ਸਮੱਸਿਆ ਜਿਹੜੀ ਆ ਉਹ ਸਮਝ ਆ ਗਈ ਆ ਕਿ ਨਹੀਂ ਆ ਗਈ। ਪੰਜਾਬ ਦੇ ਲੋਕ ਬਾਰ-ਬਾਰ ਇਸ ਤੋਂ ਇਨਕਾਰੀ ਕਿਉਂ ਹੋ ਰਹੇ ਆ ਕਿ ਇਹ ਸਾਡੀ ਭਾਸ਼ਾ ਨਹੀਂ ਹੈਗੀ, ਇਹ ਸਾਡੀ ਮਾਂ ਬੋਲੀ ਨਹੀਂ ਹੈਗੀ, ਇਹ ਸਾਡੀ ਮਾਤਰੀ ਭਾਸ਼ਾ ਨਹੀਂ ਹੈਗੀ। ਜੇਕਰ ਤੁਸੀਂ ਅੱਜ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖਿਆ ਪ੍ਰਣਾਲੀ ਹੈਗੀ ਆ, ਸਾਡੇ ਸਕੂਲ ਆ, ਸਾਡੇ ਕਾਲਜ ਆ, ਸਾਡੇ ਵਿਸ਼ਵ ਵਿਦਿਆਲੇ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੀ ਸਮੱਸਿਆ ਹੈਗੀ ਆ, ਕਿ ਸਭ ਕੁਝ ਉੱਥੇ ਪੰਜਾਬੀ ਦੇ ਵਿੱਚ ਹੀ ਪੜ੍ਹਾਇਆ ਜਾਂਦਾ। ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈਗੇ ਆ, ਇਹ ਮੈਂ ਕਹੂੰਗਾ ਕਿ ਬਈ ਜਿੱਦਾਂ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਉਹਨੂੰ ਕਹਿ ਦਿੰਦੇ ਜੀ ਇਹਨੂੰ ਭੂਤ ਲੱਗੇ ਹੋਇਆ। ਉਹ ਜਿਹੜਾ ਭੂਤ ਲੱਗੇ ਹੋਇਆ, ਉਹ ਮੈਂ ਸਮਝਦਾ ਕਿ ਸਾਡੀ ਪੰਜਾਬੀ ਭਾਸ਼ਾ ਨੂੰ, ਸਾਡੇ ਲੋਕਾਂ ਨੂੰ ਵੀ ਭਾਸ਼ਾ ਦੇ ਸੰਦਰਭ ਦੇ ਵਿੱਚ ਭੂਤ ਲੱਗੇ ਹੋਇਆ ਕਿ ਉਹ ਜਿਹੜੀ ਸਮੱਸਿਆ ਆ ਉਹਦਾ ਹੱਲ ਕੀ ਆ ਤੇ ਉਹ ਕੀ ਹੈਗੀ ਆ। ਭੂਤ ਤੋਂ ਸਾਡਾ ਜਿਹੜਾ ਮਤਲਬ ਉਹ ਹੈਗਾ ਸਾਡਾ ਭੂਤਕਾਲ, ਜਿਹੜਾ ਸਾਡਾ ਬੀਤਿਆ ਸਮਾਂ, ਸਾਡਾ ਜਿਹੜਾ ਇਤਿਹਾਸ ਹੈਗਾ ਆ ਪੰਜਾਬੀ ਦਾ, ਉਹ ਸਾਨੂੰ ਦੇਖਣਾ ਪਊਗਾ ਕਿ ਉਹਦੇ ਵਿੱਚ ਸਾਨੂੰ ਇਸ ਸਮੱਸਿਆ ਦਾ ਹੱਲ ਸ਼ਾਇਦ ਮਿਲ ਜਾਵੇ। ਜੀ ਸ਼ਿੰਦਰਪਾਲ ਜੀ, ਜਦੋਂ ਅਸੀਂ ਇਹ ਗੱਲ ਜਿਹੜੀ ਬਲਦੇਵ ਹੁਣੀ ਕਹਿ ਰਹੇ ਆ, ਜਦ ਅਸੀਂ ਸਮਾਜਿਕ ਗੱਲ ਕਰਦੇ ਆ ਜਾਂ ਆਰਥਿਕ ਗੱਲ ਕਰਦੇ ਆ, ਮੁੱਖ ਤੌਰ ਤੇ ਜਦੋਂ ਅਸੀਂ ਇਹਦੀ ਸਰਕਾਰੀ ਤੌਰ ਦੇ ਉੱਤੇ ਗੱਲ ਕਰਦੇ ਆ, ਪਰ ਜਿਹੜਾ ਸਾਡਾ ਇਤਿਹਾਸ ਹੈ, ਜਿਹੜਾ ਸਾਡਾ ਪੰਜਾਬੀ ਦਾ ਇਤਿਹਾਸ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬੀ ਤਾਂ ਬੋਲੀ ਜਾਂਦੀ ਹੀ ਸੀ। ਸੋ ਇਹ ਚੀਜ਼ ਹੈ ਵੀ ਸਾਨੂੰ ਮੇਰਾ ਖਿਆਲ ਉਹਦੇ ਤੇ ਵੀ ਪਹੁੰਚਣਾ ਪਵੇਗਾ, ਕਿਉਂਕਿ ਜੇ ਸਾਨੂੰ ਇਹ ਜਿਹੜਾ ਸਵਾਲ ਜਿਹੜਾ ਇਹ ਉਠਾਇਆ ਜਾ ਰਿਹਾ ਵੀ ਸਮੱਸਿਆ ਕੀ, ਪ੍ਰੋਬਲਮ ਹੈ ਕੀ ਆ, ਤੇ ਮੇਰਾ ਖਿਆਲ ਉੱਥੇ ਪਿੱਛੇ ਜਾਣਾ ਪਊਗਾ। ਤੇ ਇਹਦੇ ਬਾਰੇ ਦੱਸੋ।
ਮੇਰੇ ਖਿਆਲ ਦੇ ਵਿੱਚ ਜਿਹੜੀ ਬਲਦੇਵ ਜੀ ਨੇ ਗੱਲ ਕੀਤੀ ਆ ਕਿ ਇਹਦੀਆਂ ਰੋਗ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹ ਬਹੁਤ ਡੂੰਘੀਆਂ ਨੇ, ਉਹਨਾਂ ਤੱਕ ਪਹੁੰਚਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਬਲਦੇਵ ਜੀ ਨੇ ਗੱਲ ਕੀਤੀ ਹੈ ਕਿ ਜਿੰਨਾ ਚਿਰ ਸਾਨੂੰ ਕਿਸੇ ਰੋਗ ਦਾ ਪਤਾ ਨਹੀਂ ਲੱਗਦਾ, ਜਿਵੇਂ ਕਿ ਹੁਣ ਅਸੀਂ ਮਹਾਮਾਰੀ ਦੀ ਗੱਲ ਕਰਦੇ ਹਾਂ ਕਿ ਹਲੇ ਰੋਗ ਦਾ ਤਾਂ ਪਤਾ ਲੱਗ ਗਿਆ ਪਰ ਉਹਦੀ ਦਵਾਈ ਨਹੀਂ ਲੱਭ ਲਈ, ਪਰ ਹਲੇ ਵੀ ਉਹਦੇ ਕਿਹੜੇ ਗੁਣ ਆ ਜਿਨ੍ਹਾਂ ਨੂੰ ਮਾਰਨ ਦੀ ਲੋੜ ਹੈਗੀ ਆ। ਸੋ ਉਹ ਜਿਹੜੀ ਗੁਣਾਂ ਨੂੰ ਲੱਭਣ ਦੀ ਜਿਹੜੀ ਗੱਲ ਅਸੀਂ ਕਰਦੇ ਹਾਂ, ਜੇ ਅਸੀਂ ਆਪਣਾ ਜਿਹੜਾ ਭਾਰਤੀ ਦਰਸ਼ਨ ਦਾ ਜਿਹੜਾ ਇਤਿਹਾਸ ਹੈ ਉਹਨੂੰ ਫਰੋਲਣ ਦੀ ਬਹੁਤ ਜ਼ਰੂਰਤ ਹੋਵੇਗੀ। ਜਦੋਂ ਅਸੀਂ ਨਾਲੰਦਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਤੈਕਸਲਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਜਿੱਥੇ ਆ ਕੇ ਦੁਨੀਆ ਦੇ ਬਹੁਤ ਦੂਰੋਂ ਦੇਸ਼ਾਂ ਤੋਂ ਲੋਕ ਆ ਕੇ ਇਹ ਜਿਹੜੇ ਉੱਥੇ ਨੂੰ ਪੜ੍ਹਾਈ ਕੀਤੀ ਔਰ ਸਾਡੇ ਜਿਹੜੇ ਵੇਦਾਂ ਦੇ ਸ਼ਾਸਤਰਾਂ ਦੇ ਗਿਆਨ ਨੂੰ ਉਹਨੇ ਪੜ੍ਹਿਆ। ਤੇ ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਸਮਿਆਂ ਦੀ ਕਿ 11ਵੀਂ 12ਵੀਂ ਸਦੀ ਵਿੱਚ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਜੀ ਸ਼ੇਖ ਫਰੀਦ ਜੀ ਹੋਏ ਆ, ਉਹਨਾਂ ਨੇ ਪੰਜਾਬੀ ਵਿੱਚ ਲਿਖਿਆ, ਪਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਗਦਾਦ ਦੇ ਵਿੱਚ ਜੋ ਉੱਥੋਂ ਦੀ ਸੱਭਿਅਤਾ ਸੀ, ਉੱਥੋਂ ਦੇ ਲੋਕਾਂ ਨੇ ਅਰਬੀ ਦੇ ਵਿੱਚ ਜੋ ਭਾਰਤੀ ਦਰਸ਼ਨ ਦਾ ਜੋ ਸਿਧਾਂਤ ਸੀ, ਜੋ ਉਹਦੇ ਗੁਣ ਸੀਗੇ, ਉਹਨਾਂ ਨੂੰ ਅਰਬੀ ਦੇ ਵਿੱਚ ਉਹਨਾਂ ਨੇ ਤਰਜਮਾ ਕੀਤਾ ਉਸ ਦਾ। ਤੇ ਉਸ ਤੋਂ ਬਾਅਦ ਬਲਦੇਵ ਜੀ ਥੋੜਾ ਹੋਰ ਚਾਨਣਾ ਪਾਉਣਗੇ ਜਿੱਥੋਂ ਤੱਕ ਮੇਰੀ ਨਜ਼ਰ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਯੂਰਪੀਆਂ ਭਾਸ਼ਾਵਾਂ ਦੀ ਗੱਲ ਕਰਦੇ ਹਾਂ। ਹੁਣ ਤਾਂ ਓਪਰੀਆਂ ਗੱਲਾਂ ਦੇਖਦੇ ਹਾਂ, ਪਰ ਅਸੀਂ ਜਦੋਂ ਡੂੰਘਾਈ ਵਿੱਚ ਜਾ ਕੇ ਦੇਖਦੇ ਹਾਂ ਕਿ ਜਿਹੜੀ ਗ੍ਰੀਕ ਭਾਸ਼ਾ ਸੀ, ਗ੍ਰੀਸ ਦੀ ਭਾਸ਼ਾ ਸੀ, ਯੂਨਾਨੀ ਭਾਸ਼ਾ ਸੀ, ਉਸ ਤੋਂ ਬਾਅਦ ਲਾਤੀਨੀ ਭਾਸ਼ਾ ਦੀ ਗੱਲ ਕਰਦੇ ਹਾਂ ਕਿ ਲਾਤੀਨੀ ਭਾਸ਼ਾ ਦੇ ਵਿੱਚ ਇੰਨਾ ਕੁਝ ਸਾਂਭਿਆ ਸੰਭਾਲਿਆ ਗਿਆ ਤੇ ਅਸੀਂ ਉਹਨਾਂ ਲੋਕਾਂ ਦੀ ਮਿਹਨਤ ਨੂੰ, ਉਹਨਾਂ ਦੀ ਦ੍ਰਿੜਤਾ ਨੂੰ, ਉਹਨਾਂ ਦੀ ਪ੍ਰਤੀਬੱਧਤਾ ਨੂੰ, ਉਹਨਾਂ ਦੀ ਲਗਨ ਨੂੰ, ਉਹਨਾਂ ਦੀ ਜਗਿਆਸਾ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਉਹ ਖੋਜਾਂ ਕਰਕੇ ਬਹੁਤ ਹੀ ਜਿਹੜਾ ਵਡਮੁੱਲਾ ਗਿਆਨ ਆ ਆਪਣੀ ਉਹਨੀ ਭਾਸ਼ਾ ਵਿੱਚ ਸ਼ਾਮਲ ਕੀਤਾ। ਮੇਰੇ ਖਿਆਲ ਦੇ ਵਿੱਚ ਜਿਹੜੀ ਪੰਜਾਬੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਥੋੜ੍ਹਾ ਜਿਹਾ ਸਾਨੂੰ ਆਪਣੇ ਪਿਛੋਕੜ ਦੇ ਇਤਿਹਾਸ ਵਿੱਚ ਜਾ ਕੇ ਦੇਖਣਾ ਪਵੇਗਾ ਕਿ ਗੁਰੂ ਸਾਹਿਬਾਂ ਤੋਂ ਪਹਿਲਾਂ ਜਿਹੜਾ ਸਮਾਂ ਸੀਗਾ ਉਹ ਸਮਾਂ ਕਿਹੋ ਜਿਹਾ ਸੀ, ਜਾਂ ਲੋਕਾਂ ਦਾ ਜਿਹੜਾ ਆਲਾ ਦੁਆਲਾ ਸੀ ਵਿਗਿਆਨਕ ਤੌਰ ਦੇ ਉੱਤੇ ਜਾਂ ਸਮਾਜਿਕ ਤੌਰ ਦੇ ਉੱਤੇ ਲੋਕ ਕਿੰਨੇ ਕੁ ਸੁਚੇਤ ਸਨ, ਕਿੰਨੇ ਕੁ ਉਹ ਜਗਿਆਸਾ ਸੀ ਉਹਨਾਂ ਦੇ ਵਿੱਚ, ਤਾਂ ਕਿਹੜੀਆਂ ਉਹਨਾਂ ਨੇ ਖੋਜਾਂ ਕੀਤੀਆਂ। ਬਲਦੇਵ ਜੀ ਥੋੜਾ ਇਹਦੇ ਬਾਰੇ ਚਾਨਣਾ ਪਾਉਣਗੇ ਕਿ ਲਾਤੀਨੀ ਭਾਸ਼ਾ ਜੋ ਅਸੀਂ ਗੱਲ ਕਰਦੇ ਹਾਂ, ਹੁਣ ਅੰਗਰੇਜ਼ੀ ਦਾ ਬੋਲਬਾਲਾ ਹੈ, ਸਾਰੇ ਲੋਕਾਂ ਨੂੰ ਪਤਾ ਹੈ, ਜਿੰਨੇ ਵੀ ਸਾਡੇ ਮਾਫ ਕਰਨਾ ਪੰਜਾਬੀ ਦੇ ਵਿਦਵਾਨ ਨੇ ਉਹੀ ਗੱਲ ਕਹੀ ਜਾ ਰਿਹਾ ਕਿ ਜੀ ਅੰਗਰੇਜ਼ੀ ਨੇ ਸਾਰਾ ਕੁਝ ਢੱਕ ਲਿਆ, ਕਵਰ ਕਰ ਲਿਆ, ਪਰ ਉਹ ਵੀ ਇੱਕ ਸਮਾਂ ਸੀ ਕਿ ਲਾਤੀਨੀ ਭਾਸ਼ਾ ਦੀ ਦੁਨੀਆ ਭਰ ਦੇ ਵਿੱਚ ਸਰਦਾਰੀ ਸੀ। ਉਹ ਕਿਉਂ ਸਰਦਾਰੀ ਸੀ? ਉਸ ਤੋਂ ਬਾਅਦ 200 ਸਾਲ ਲੱਗੇ ਅੰਗਰੇਜ਼ਾਂ ਨੂੰ। ਅੰਗਰੇਜ਼ੀ ਦੀ ਹਾਲਤ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਹੀ ਉਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਇਸ ਵੇਲੇ ਪੰਜਾਬੀ ਭਾਸ਼ਾ ਦੀ ਹਾਲਤ ਪੰਜਾਬ ਦੇ ਵਿੱਚ ਹੈ। ਸੋ ਬਰਤਾਨਵੀ ਜਿਹੜੇ ਭਾਸ਼ਾ ਦੇ ਮਾਹਰ ਸਨ, ਉਹਨਾਂ ਨੇ ਕਿਹੜਾ ਉਹਨਾਂ ਦਾ ਸੁਪਨਾ ਲਿਆ, ਕਿਹੜਾ ਉਹਨਾਂ ਨੇ ਭੂਤਕਾਲ ਵਿੱਚ ਜਾ ਕੇ ਦੇਖਿਆ ਕਿ ਅਸੀਂ ਲਾਤੀਨੀ ਤੋਂ ਅਸੀਂ ਕਿੱਦਾਂ ਖਹਿੜਾ ਛਡਾਉਣਾ ਹੈਗਾ, ਜਾਂ ਅੰਗਰੇਜ਼ੀ ਨੂੰ ਅਸੀਂ ਕਿੱਦਾਂ ਪ੍ਰਫੁੱਲਤ ਕਰਨਾ ਹੈ, ਜਿਹੜੀ ਕਿ ਗਵਾਰਾਂ ਦੀ, ਅਨਪੜ੍ਹਾਂ ਦੀ ਜਾਂ ਪਿੱਛਾ ਖਿੱਚੂ ਲੋਕਾਂ ਦੀ ਭਾਸ਼ਾ ਸਮਝ ਜਾਂਦੀ ਸੀ। ਉਹਦੇ ਜੜ੍ਹਾਂ ਤੱਕ ਜਾਣ ਦੀ ਵੀ ਸਾਨੂੰ ਬੜੀ ਜ਼ਰੂਰਤ ਹੈ। ਮੈਂ ਬਲਦੇਵ ਜੀ ਮੇਰੇ ਖਿਆਲ ਇਹਦੇ ਬਾਰੇ ਥੋੜਾ ਜਿਹਾ ਹੋਰ ਸਾਨੂੰ ਰੋਸ਼ਨੀ ਪਾਉਣਗੇ। ਇਹ ਜਿਹੜੀ ਸਮੱਸਿਆ ਭੂਤਕਾਲ ਦੀ ਜਿਹੜੀ ਜੜ੍ਹਾਂ ਤੱਕ ਜਾਣ ਦੀ ਹੁਣ ਸਾਨੂੰ ਲੋੜ ਪਵੇਗੀ ਕਿ ਕਿਉਂਕਿ ਜਿਹੜੀ ਜਿੱਦਾਂ ਸ਼ਿੰਦਰਪਾਲ ਹੁਣਾਂ ਨੇ ਗੱਲ ਕੀਤੀ ਲਾਤੀਨੀ ਦੀ ਜਾਂ ਅੰਗਰੇਜ਼ੀ ਕਿੱਦਾਂ ਆਈ ਹੈਗੀ ਆ, ਕਿਉਂਕਿ ਜਦੋਂ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਤਾਂ ਉਹਨੂੰ ਮੇਰੇ ਖਿਆਲ ਬੈਕ ਟੂ ਬੇਸਿਕਸ ਜਾਂ ਸਾਨੂੰ ਉਹ ਸਵਾਲ ਨੂੰ ਮੁੜ ਕੇ ਉਠਾਉਣਾ ਪਏਗਾ, ਉਹਦੇ ਨੂੰ ਜਾਣਾ ਪਏਗਾ ਵੀ ਹਾਂ ਇਹ ਜਿਹੜੀ ਸਮੱਸਿਆ ਸਾਡੀ ਹੈ ਇਹਦਾ ਜਿਹੜਾ ਪਿਛੋਕੜ ਹੈ ਕੀ ਆ, ਜਿਹੜਾ ਭੂਤਕਾਲ ਜਿਹੜਾ ਉਹਦੀਆਂ ਜੜ੍ਹਾਂ ਵੱਲ ਜਾਓ ਤੁਸੀਂ ਤੇ ਦੱਸੋ ਸਾਨੂੰ ਕੀ ਹੈ। ਬਿਲਕੁਲ ਸ਼ਿੰਦਰਪਾਲ ਜੀ ਨੇ ਨਾ ਜਿਹੜਾ ਲਾਤੀਨੀ ਦਾ ਜ਼ਿਕਰ ਕੀਤਾ ਹੈਗਾ, ਉਹ ਆਪਾਂ ਥੋੜਾ ਜਿਹਾ ਇੱਕ ਸਟੈਪ ਅੱਗੇ ਵੱਧ ਗਏ ਆ। ਸਾਨੂੰ ਇਹ ਦੇਖਣਾ ਪਊਗਾ ਪੰਜਾਬੀ ਭਾਸ਼ਾ ਦੇ ਸੰਦਰਭ ਤੋਂ, ਜਿਹੜਾ ਪੰਜਾਬ ਦਾ ਇਤਿਹਾਸ ਹੈਗਾ, ਕਿ ਸਾਨੂੰ ਇਹ ਸਵਾਲ ਪੁੱਛਣਾ ਪਊਗਾ ਕਿ ਅਸੀਂ ਇੱਥੇ ਪਹੁੰਚੇ ਕਿਸ ਤਰ੍ਹਾਂ ਹੈਗੇ ਆ। ਉਹ ਮੇਰਾ ਮਤਲਬ ਹੈਗਾ ਕਿ ਅੱਜ ਕੱਲ ਦੀ ਜਿਹੜੀ ਪੰਜਾਬ ਦੀ ਸਥਿਤੀ ਹੈਗੀ ਆ ਭਾਸ਼ਾ ਦੇ ਲਿਹਾਜ਼ ਤੋਂ, ਉੱਥੇ ਤੱਕ ਆਪਾਂ ਕਿੱਦਾਂ ਪਹੁੰਚੇ ਆ। ਦੇਖੋ ਗੁਰੂ ਨਾਨਕ ਦੇਵ ਜੀ ਨੇ 500-550 ਸਾਲ ਪਹਿਲਾਂ ਵੀ ਇਹ ਸਵਾਲ ਉਠਾਇਆ ਸੀ, ਜਦੋਂ ਉਹਨਾਂ ਨੇ ਕਿਹਾ ਸੀ ਘਰ ਘਰ ਮੀਆਂ, ਕਿ ਜੇ ਬੇਸਿਕਲੀ ਉਹ ਇਹ ਪੁੱਛਦੇ ਸੀਗੇ ਵੀ ਘਰਾਂ ਦੇ ਵਿੱਚ ਮੀਆਂ ਹੋ ਰਹੀ ਹੈਗੀ ਆ, ਕਿ ਬਈ ਤੁਸੀਂ ਇਹ ਤਾਂ ਦੇਖੋ ਕਿ ਤੁਹਾਡੀ ਭਾਸ਼ਾ ਕਿਹੜੀ ਆ, ਤੁਸੀਂ ਜੋ ਕੁਛ
ਬਾਹਰਲੇ ਲੋਕਾਂ ਦੀ ਨਕਲ ਕਰ ਰਹੇ ਆ, ਆਪਣੇ ਆਪ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਦਾ ਜਿਹੜਾ ਕਾਰਨ ਆ ਉਹ ਕੀ ਹੈਗਾ। ਸੋ ਪਿਛਲੇ 500 ਸਾਲ ਤੋਂ ਜੇ ਆਪਾਂ ਲੈ ਲਈਏ, ਮੈਂ ਕਹੂੰਗਾ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਜਿਹੜਾ ਸਵਾਲ ਉਠਾਇਆ ਸੀ, ਬਹੁਤ ਮਹੱਤਵਪੂਰਨ ਸਵਾਲ ਸੀ। ਉਹ ਸਵਾਲ ਸਾਡੇ ਸਾਹਮਣੇ ਅੱਜ ਵੀ ਖੜਾ ਆ ਕਿ ਅਸੀਂ ਪੰਜਾਬੀ ਹੈ ਕਿ ਸਾਡੀ ਭਾਸ਼ਾ ਦੀ ਸਮੱਸਿਆ ਕੀ ਹੈ, ਔਰ ਜੋ ਅਸੀਂ ਅੱਜ ਦੇ ਮਾਹੌਲ ਦੇ ਵਿੱਚ, ਜੇਕਰ ਤੁਸੀਂ ਅੱਜ ਦੇ ਮਾਹੌਲ ਦੇ ਵਿੱਚ ਪੰਜਾਬ 'ਚ ਦੇਖੋ ਤੇ ਉਹ ਹਰ ਪਾਸੇ ਇੱਕ ਦੂਸਰੇ ਨੂੰ ਕਹਿ ਰਹੇ ਆ ਸਰ ਜੀ ਹੁੰਦੀ ਆ ਸਧਾਰਨ ਗੱਲਾਂ ਦੇ ਵਿੱਚ ਵੀ, ਬਜਾਏ ਇਹਦੇ ਕਿ ਸਵੇਰੇ ਉੱਠ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹਿਣ, ਉੱਥੇ ਗੁੱਡ ਮਾਰਨਿੰਗ ਹੋ ਰਹੀ ਹੈ। ਤੇ ਉਹ ਸਮਾਂ ਜਿਹੜਾ ਗੁਰੂ ਨਾਨਕ ਦੇਵ ਦੀ ਦਰਸਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਸਮਾਂ ਅੱਜ ਵੀ ਸਾਡੇ ਕੋਲ ਹੈਗਾ ਕਿ ਉਹ ਤੁਸੀਂ ਆਪਣੇ ਆਪ ਤੋਂ ਦੌੜ ਕਿਉਂ ਰਹੇ ਆ। ਉਹਦਾ ਜਿਹੜਾ ਕਾਰਨ ਹੈਗਾ ਆ, ਉਹ ਸਾਨੂੰ ਦੇਖਣਾ ਪਊਗਾ ਕਿ ਸਾਡੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਿਵਸਥਾ ਦਾ ਜਿਹੜਾ ਇਤਿਹਾਸ ਹੈਗਾ। ਦੇਖੋ, ਪੰਜਾਬ ਦੇ ਉੱਤੇ, ਮੈਂ ਕਹੂੰਗਾ ਹਿੰਦੁਸਤਾਨ ਦੇ ਉੱਤੇ ਬਾਹਰਲੇ ਧਾੜਵੀ ਆਏ ਹੈਗੇ ਆ, ਪੁਰਤਗਾਲੀ ਆਏ ਹੈਗੇ, ਫਰਾਂਸੀਸੀ ਆਏ ਹੈਗੇ ਆ, ਔਰ ਮੁਗਲ ਆਏ ਹੈਗੇ ਆ। ਉਹਨਾਂ ਨੇ ਆਪਣੇ ਜੋ ਨਾਲ ਲੈ ਕੇ ਆਏ ਸੀਗੇ, ਉਹ ਤੁਹਾਡੇ ਤੇ ਥੋਪਣ ਦੀ ਕੋਸ਼ਿਸ਼ ਕੀਤੀ, ਪੰਜਾਬੀਆਂ ਤੇ ਥੋਪਣ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੇ ਜਿਹੜੇ ਉਹ ਇਹ ਕਹਿੰਦੇ ਸੀਗੇ ਘਰ ਘਰ ਮੀਆਂ, ਉਹ ਜਿਹੜੀ ਸੀਗੀ ਫਾਰਸੀ, ਉਹਨੂੰ ਥੋਪਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਫਿਰ ਜਿਹੜੀ ਪੰਜਾਬੀ ਭਾਸ਼ਾ ਸੀਗੀ ਉਹਦੇ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਸਾਡਾ ਸਵਾਲ ਬੇਸਿਕਲੀ ਇਹੀ ਹੈਗਾ ਕਿ ਪੰਜਾਬੀ ਲੋਕਾਂ ਨੂੰ, ਕੀ ਅਸੀਂ ਆਪਣੀ ਜਿਹੜੀ ਪੰਜਾਬੀ ਭਾਸ਼ਾ ਦੀ ਸਮੱਸਿਆ ਆ ਉਹ ਸਮਝ ਗਏ ਆ? ਇਸ ਵੇਲੇ ਪੰਜਾਬ ਦੇ ਵਿੱਚ ਧਰਨੇ ਲੱਗਦੇ ਆ ਔਰ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਹੁੰਦੇ ਆ, ਜੇ ਵਜ਼ੀਰਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਜੀ ਤੁਸੀਂ ਪੰਜਾਬੀ ਬਾਰੇ ਕੁਝ ਕਰ ਨਹੀਂ ਰਹੇ। ਔਰ ਸਵਾਲ ਇਹ ਹੈਗਾ ਕਿ ਕੀ ਪੰਜਾਬੀ ਲੋਕ ਖੁਦ ਪੰਜਾਬੀ ਭਾਸ਼ਾ ਨੂੰ ਉਹ ਦਰਜਾ ਦਿੰਦੇ ਆ ਜੋ ਹਰ ਸ਼ਖਸ ਨੂੰ ਆਪਣੀ ਮਾਂ ਭਾਸ਼ਾ ਦੇ ਲਈ ਦਰਜਾ ਦੇਣ ਦੀ ਲੋੜ ਹੁੰਦੀ ਆ। ਔਰ ਉਹ ਜਿਹੜਾ ਇਤਿਹਾਸ ਹੈਗਾ, ਸਾਡਾ ਗੁਰੂ ਕਾਲ ਦਾ ਇਤਿਹਾਸ ਹੈਗਾ, ਸਾਨੂੰ ਦੇਖਣਾ ਪਊਗਾ ਕਿ ਸਾਡੇ ਗੁਰੂਆਂ ਨੇ ਵੀ ਇਸ਼ਤਿਹਾਰ ਚੱਕ ਕੇ ਸਰਕਾਰ ਮੋਹਰੇ ਬੇਨਤੀਆਂ ਕੀਤੀਆਂ ਸੀ, ਧਰਨੇ ਲਾਏ ਸੀ ਕਿ ਜੇ ਤੁਸੀਂ ਪੰਜਾਬੀ ਭਾਸ਼ਾ ਦੀ ਖਿਦਮਤ ਕਰੋ, ਤੁਸੀਂ ਹੀ ਜੋ ਕਰ ਸਕਦੇ ਆ ਪੰਜਾਬੀ ਭਾਸ਼ਾ ਦੇ ਬਾਰੇ ਤੁਸੀਂ ਕਰੋ। ਔਰ ਉਹਨਾਂ ਨੇ, ਗੁਰੂਆਂ ਨੇ, ਬਜਾਏ ਇਹਦੇ ਕਿ ਬੇਨਤੀਆਂ ਕਰਦੇ ਸਰਕਾਰਾਂ ਦੀਆਂ, ਉਹਨਾਂ ਨੇ ਆਪ ਪੰਜਾਬੀ ਭਾਸ਼ਾ ਨੂੰ ਉੱਤਮ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਆ ਅੱਜ। ਜੀ ਠੀਕ ਜੀ। ਸ਼ਿੰਦਰਪਾਲ ਜੀ, ਜਦੋਂ ਆਹ ਗੱਲ ਜਿਹੜੀ ਬਲਦੇਵ ਹੁਣੀ ਕਹਿ ਰਹੇ, ਬਹੁਤ ਵਧੀਆ ਗੱਲ ਹੈਗੀ, ਕਿਉਂਕਿ ਜੇ ਉਸ ਵੇਲੇ ਜਿਹੜੇ ਸਰਕਾਰੀ ਜਾਂ ਜਿਹੜੇ ਰਾਜੇ ਮਹਾਰਾਜੇ ਜਾਂ ਜੋ ਵੀ ਧਾਰਮੀ ਆਉਂਦੇ ਸੀ, ਉਹਨਾਂ ਦੇ ਕੋਲ ਬੜੀ ਤਾਕਤ ਸੀ, ਪਾਵਰ ਸੀ। ਅੱਜ ਕੱਲ੍ਹ ਜਿਹੜੇ ਸਾਡੇ ਚੀਫ ਮਿਨਿਸਟਰ ਜਾਂ ਹੋਰ ਮਿਨਿਸਟਰ ਹੈਗੇ, ਤਾਕਤ ਇਹਨਾਂ ਦੇ ਕੋਲ ਵੀ ਹੈਗੀ ਹੈ। ਮੇਰਾ ਖਿਆਲ ਉਨੀ ਤਾਕਤ ਨਹੀਂ ਹੈ ਜਿੰਨੀ ਉਹਨਾਂ ਦੇ ਕੋਲ ਸੀਗੀ, ਪਰ ਉਸ ਤਾਕਤ ਦੇ ਹੁੰਦਿਆਂ ਸੁਣਦਿਆਂ ਫਿਰ ਵੀ ਇਹ ਸਾਡੀ ਪੰਜਾਬੀ ਭਾਸ਼ਾ ਨੂੰ ਗੁਰੂਆਂ ਨੇ, ਬਾਕੀ ਜਿੰਨੇ ਵੀ ਸਾਡੇ ਹੋਰ ਜਥੇਦਾਰ ਜਾਂ ਉਸ ਮੌਕੇ ਦੇ ਜਿਹੜੇ ਯੋਧੇ ਸੀਗੇ, ਉਹਨਾਂ ਨੇ ਇਸ ਨੂੰ ਲਿਆ। ਤੇ ਵੀ ਹੁਣ ਜਿਹੜੀ ਗੱਲ ਆ ਜਾਂਦੀ ਆ ਵੀ ਹੁਣ ਅਸੀਂ ਅੰਗਰੇਜ਼ੀ ਨੂੰ ਜਾਂ ਹਿੰਦੀ ਨੂੰ ਕਿਉਂ ਇੰਨੀ ਮਹੱਤਤਾ ਦੇ ਰਹੇ ਹਾਂ, ਤੇ ਉਸ ਵੇਲੇ ਤਾਂ ਇਹ ਹਿੰਦੀ ਜਾਂ ਅੰਗਰੇਜ਼ੀ ਹੈ ਹੀ ਨਹੀਂ ਸੀ। ਦੇਖੋ, ਬਹੁਤ ਵਾਰ ਕਈ ਵਾਰੀ ਆਪਸੀ ਵਿਚਾਰਾਂ ਹੁੰਦੀਆਂ ਜਾਂ ਸਾਡਾ ਭਾਸ਼ਾ ਵਿਚਾਰ ਮੰਚ ਹੈ, ਉਹਦੇ ਉੱਤੇ ਅਸੀਂ ਵਿਚਾਰਾਂ ਕਰਦੇ ਹਾਂ। ਤੇ ਹੁਣੇ ਅਸੀਂ ਇੱਕ ਸਭਾ ਬਣਾਈ ਹੈ, ਫੇਸਬੁੱਕ ਦਾ ਬੜਾ ਜ਼ਮਾਨਾ ਹੈ, ਉਹਦੇ ਉੱਤੇ ਵਿਚਾਰਾਂ ਕਰਦੇ ਹਾਂ। ਮੇਰੇ ਖਿਆਲ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸਲੀ ਸਮੱਸਿਆ ਹੈ ਕੀ, ਜਿਵੇਂ ਬਲਦੇਵ ਜੀ ਨੇ ਦੱਸਿਆ, ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਲੋਕਾਂ ਦੀ ਜਿਹੜੀ ਲਗਨ ਸੀ, ਉਹਨਾਂ ਦੀ ਜਿਹੜੀ ਦ੍ਰਿੜਤਾ ਸੀ, ਜਿਨ੍ਹਾਂ ਨੇ ਲਾਤੀਨੀ ਭਾਸ਼ਾ ਤੋਂ ਅੰਗਰੇਜ਼ੀ ਭਾਸ਼ਾ ਨੂੰ ਅਪਣਾਇਆ। ਔਰ ਕਿਉਂਕਿ ਜਿਹੜੀ ਅੰਗਰੇਜ਼ੀ ਆ, ਅਸੀਂ ਜਦੋਂ ਬਰਤਾਨੀਆ ਦੀ ਗੱਲ ਕਰਦੇ ਹਾਂ, ਅਸੀਂ ਬ੍ਰਿਟਿਸ਼ ਦੀ ਗੱਲ ਕਰਦੇ ਹਾਂ ਜਾਂ ਬਰਤਾਨਵੀ ਲੋਕਾਂ ਦੀ ਗੱਲ ਕਰਦੇ ਆ ਕਿ ਇਹ ਇਹਨਾਂ ਦੀ ਭਾਸ਼ਾ ਸੀ, ਔਰ ਉਹਨਾਂ ਦੀ ਭਾਸ਼ਾ ਜਿਹੜੀ ਸੀ ਉਹ ਆਮ ਲੋਕਾਂ ਦੇ ਵਿੱਚ ਬੋਲੀ ਜਾਂਦੀ ਸੀ।
ਔਰ ਇਸ ਕਰਕੇ ਕੁਝ ਲੋਕਾਂ ਨੇ ਕੁਝ ਰੋਸ਼ਨ ਦਿਮਾਗਾਂ ਨੇ ਸੋਚਿਆ ਹੋਵੇਗਾ ਕਿ ਲਾਤੀਨੀ ਭਾਸ਼ਾ ਹੈਗੀ ਹੈ ਜਿਹੜੀ ਇਹ ਬੜੀ ਔਖੀ ਭਾਸ਼ਾ ਹੈ ਇਹਨਾਂ ਲੋਕਾਂ ਦੇ ਸਮਝਣ ਵਾਸਤੇ। ਮੇਰੇ ਖਿਆਲ ਬਲਦੇਵ ਜੀ ਨੇ ਬਹੁਤ ਵਧੀਆ ਹਵਾਲਾ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਦੇ ਉਸ ਕਥਨ ਦਾ ਜਿਹੜਾ ਕਿ ਉਹਨਾਂ ਨੇ ਚੌਗਿਰਦੇ ਦੇਖ ਕੇ ਸੋਚਿਆ ਹੋਵੇਗਾ ਕਿ ਘਰ ਘਰ ਮੀਆਂ ਸਭਨਾ ਜੀਆਂ, ਪਰਿਵਾਰ ਦੇ ਸਾਰੇ ਜਿਹੜੇ ਜੀ ਹੈਗੇ ਆ, ਜਿਵੇਂ ਗੱਲ ਕੀਤੀ ਹੈ ਕਿ ਨਮਸਕਾਰ ਜਾਂ ਪਰਮਾਤਮਾ ਜਾਂ ਵਾਹਿਗੁਰੂ ਹੋਰਾਂ ਨੂੰ ਛੱਡ ਕੇ ਉਹ ਮੀਆਂ ਮੀਆਂ ਕਹਿ ਰਹੇ ਹੈਗੇ ਆ ਜੀ, ਜਿਹੜੀ ਫਾਰਸੀ ਬੋਲੀ ਆ ਤੇ ਉਹਨੂੰ ਅਪਣਾ ਰਹੇ ਹੈਗੇ ਆ। ਕੀ ਕਾਰਨ ਹੈਗਾ? ਸੋ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੋਲੀ ਅਵਰ ਤੁਮਾਰੀ, ਜਿਹੜੀ ਪਰਾਈ ਭਾਸ਼ਾ ਆ ਉਹਨੂੰ ਤੁਸੀਂ ਅਪਣਾ ਰਹੇ ਹੈਗੇ ਆ, ਕੁਝ ਤੁਹਾਨੂੰ ਹੋਸ਼ ਕਰਨ ਦੀ ਲੋੜ ਹੈਗੀ ਆ। ਸੋ ਜਦੋਂ ਅਸੀਂ ਗੱਲ ਕਰਦੇ ਆ ਅੰਗਰੇਜ਼ੀ ਦੀ ਗੱਲ ਕਰਦੇ ਆ, ਬਰਤਾਨੀਆ ਦੇ ਵਿੱਚ ਉਹਨਾਂ ਲੋਕਾਂ ਨੇ ਸੋਚਿਆ ਕਿ ਜਿਹੜੀ ਆਮ ਜਿਹੜੀ ਲੋਕਾਂ ਦੀ ਜਿਹੜੀ ਜ਼ਬਾਨ ਹੈਗੀ ਆ, ਭਾਸ਼ਾ ਹੈਗੀ ਆ, ਜਿਹੜੀ ਗੁਰੂ ਸਾਹਿਬ ਦੇ ਵੇਲੇ ਆਮ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਬੋਲੀ ਸੀ ਪੰਜਾਬੀ ਸੀ, ਇੱਥੋਂ ਦੀ ਅੰਗਰੇਜ਼ੀ ਸੀ। ਇਸ ਕਰਕੇ ਉਹਨਾਂ ਨੇ ਫਿਰ ਵੀ 200 ਸਾਲ ਦਾ ਸਮਾਂ ਲਾ ਕੇ ਉਹਨਾਂ ਨੇ ਜੋ ਵੀ ਗਿਆਨ ਵਿਗਿਆਨ ਇਕੱਠਾ ਲਾਤੀਨੀ ਨੇ ਕੀਤਾ ਸੀ। ਹਾਲੇ ਵੀ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਲਾਤੀਨੀ ਇਕੱਲੇ ਬਰਤਾਨਵੀ ਲੋਕਾਂ ਦੇ ਉੱਤੇ ਹੀ ਲਾਗੂ ਨਹੀਂ ਸੀ, ਪਰ ਯੂਰਪ ਦੇ ਸਾਰੇ, ਅਸੀਂ ਜਰਮਨਾਂ ਦੀ ਗੱਲ ਕਰਦੇ ਆ, ਫਰਾਂਸੀਸੀਆਂ ਦੀ ਗੱਲ ਕਰਦੇ ਆ, ਪੁਰਤਗਾਲੀਆਂ ਦੀ ਗੱਲ ਕਰਦੇ ਆ, ਸਪੈਨਿਸ਼ ਲੋਕਾਂ ਦੀ ਗੱਲ ਕਰਦੇ ਆ, ਅਸੀਂ ਡੱਚ ਲੋਕਾਂ ਦੀ ਗੱਲ ਕਰਦੇ ਆ, ਉਹਨਾਂ ਦੀ ਸਾਰੇ ਦੇ ਉੱਤੇ ਸਰਦਾਰੀ ਸੀ ਇਸ ਭਾਸ਼ਾ ਦੀ। ਤੇ ਜਦੋਂ ਬਰਤਾਨਵੀ ਲੋਕਾਂ ਨੇ ਸੋਚਿਆ ਕਿ ਹੋਰ ਭਾਸ਼ਾਵਾਂ ਨੇ ਵੀ ਸੋਚਿਆ ਕਿ ਸਾਨੂੰ ਵੀ ਆਪਣੀਆਂ ਭਾਸ਼ਾਵਾਂ ਦੇ ਵਿੱਚ ਇਹ ਜਿਹੜਾ ਗਿਆਨ ਵਿਗਿਆਨ ਹੈਗਾ ਉਹਦਾ ਜਿਹੜਾ ਉਲਥਾ ਤਰਜਮਾ ਕਰਨਾ ਚਾਹੀਦਾ ਹੈ। ਹੁਣ ਤੁਸੀਂ ਆਪਾਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਵੇਲੇ ਦੀ, ਗੁਰੂ ਸਾਹਿਬ ਜੀ ਨੇ ਇਹ ਸਾਨੂੰ ਸੁਨੇਹਾ ਦੇ ਦਿੱਤਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ 1700 ਗੁਰੂ ਸਾਹਿਬ ਦੇ ਵੇਲੇ ਵੀ, ਪਰ ਜਿਵੇਂ ਕਿ ਗੱਲ ਅਸੀਂ ਕੀਤੀ ਆ ਉਸ ਸਮੇਂ ਦੇ ਜਿਹੜੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਆ, ਸਰੋਕਾਰਾਂ ਦੀ ਗੱਲ ਕੀਤੀ ਆ, ਕਿ ਆਰਥਿਕਤਾ ਦੀ ਗੱਲ ਕੀਤੀ ਹੈ ਕਿ ਭਾਰਤ ਮੇਰੇ ਖਿਆਲ ਦੇ ਵਿੱਚ ਬਹੁਤ ਲੰਮਾ ਸਮਾਂ ਉਹਨਾਂ ਨੇ ਗੁਲਾਮੀ ਝੱਲੀ ਆ। ਇਸ ਕਰਕੇ ਉਹਨਾਂ ਨੂੰ ਸ਼ਾਇਦ ਜਿਹੜਾ ਨਾਲੰਦਾ ਜਾਂ ਟੈਕਸਲਾ ਯੂਨੀਵਰਸਿਟੀ ਵਰਗਾ ਮਾਹੌਲ ਸੀ, ਵਾਤਾਵਰਣ ਸੀ, ਉਹ ਮੁੜ ਕੇ ਦੁਬਾਰਾ ਸਿਰ 'ਚ ਨਹੀਂ ਹੋਇਆ ਔਰ ਉਹਨਾਂ ਯੂਨੀਵਰਸਿਟੀਆਂ ਨੂੰ ਢਾਹ ਢੇਰੀ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਬਹੁਤ ਸਾਰਾ ਜਿਹੜਾ ਗਿਆਨ ਵਿਗਿਆਨ ਸੀ ਉਹਦਾ ਖੁਰਾ ਖੋਜ ਬਟਾ ਦਿੱਤਾ ਗਿਆ। ਤੇ ਨਾਲ ਦੀ ਨਾਲ ਅਸੀਂ ਗੱਲ ਕਰਦੇ ਹਾਂ, ਜਿਵੇਂ ਕਿ ਅਸੀਂ 10ਵੇਂ ਪਾਤਸ਼ਾਹ ਦੀ ਗੱਲ ਕਰਦੇ ਹਾਂ ਕਿ ਬਹੁਤ ਸਾਰਾ ਉਹਨਾਂ ਦਾ ਭੰਡਾਰ ਸੀ ਜਿਹੜਾ ਲਿਖਿਆ ਸੀ ਉਹ ਸਰਸਾ ਨਦੀ ਵਿੱਚ ਰੁੜ ਗਿਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਜਿਹੜੀ ਆਰਥਿਕਤਾ ਹੈਗੀ ਆ ਉਸ ਇਲਾਕੇ ਦੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਕਿ ਪੰਜਾਬ ਦਾ ਜਿਹੜਾ ਮਾਹੌਲ ਰਿਹਾ ਉਹ ਇੱਕ ਤਾਂ ਕਹਿ ਦਈਏ ਕਿ ਉਹ ਬੜਾ ਨੱਠ ਭੱਜਵਾ ਰਿਹਾ, ਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਖੋਜ ਭੰਡਾਰ ਸੀ ਜਾਂ ਜਿਹੜਾ ਸਾਂਭਿਆ ਗਿਆ ਹੋਵੇਗਾ। ਪਰ ਅਸੀਂ ਜਦੋਂ ਸੰਸਕ੍ਰਿਤ ਦੀ ਗੱਲ ਕਰਦੇ ਹਾਂ, ਸੰਸਕ੍ਰਿਤ ਇੱਕ ਬੜੀ ਅਮੀਰ ਭਾਸ਼ਾ ਹੈ ਔਰ ਉਹਦੇ ਵਿੱਚ ਜਿੰਨਾ ਵੀ ਵਿਗਿਆਨ ਉਹਨਾਂ ਰਿਸ਼ੀਆਂ ਮੁਨੀਆਂ ਨੇ ਜਿਹੜੇ ਕਿ 5ਵੀਂ 6ਵੀਂ ਸਦੀ ਤੋਂ ਲੈ ਕੇ ਬਲਦੇਵ ਜੀ ਨੇ ਇੱਕ ਬਹੁਤ ਵਧੀਆ ਕਿਤਾਬ ਵੀ ਲਿਖੀ ਹੈ ਕਿ ਭਾਰਤ ਦਰਸ਼ਨ ਦੇ ਵਿੱਚ ਵਿਗਿਆਨਕ ਤਰਕ ਜਿਹੜਾ ਦੱਸਿਆ ਉਹਨਾਂ ਨੇ। ਸੋ ਉਹਦੀ ਜਿਹੜੀ ਖੋਜ ਦੱਸਦੀ ਹੈ ਕਿ ਸਾਡੇ ਕੋਲ ਬਹੁਤ ਵੱਡਾ ਭੰਡਾਰ ਸੀ, ਪਰ ਅਸੀਂ ਉਸ ਨੂੰ ਪੰਜਾਬੀ ਦੇ ਵਿੱਚ ਬਦਲ ਨਹੀਂ ਸਕੇ, ਆਪਣੇ ਲੋਕਾਂ ਨੂੰ ਅਸੀਂ ਉਹ ਨਹੀਂ ਦੇ ਸਕੇ ਜਿਹੜਾ ਕਿ ਬਹੁਤ ਜ਼ਰੂਰੀ ਸੀ। ਸੋ ਇਹ ਵੀ ਇੱਕ ਘਾਟ ਮੈਨੂੰ ਮਹਿਸੂਸ ਹੁੰਦੀ ਆ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਗਈ ਆ ਜੀ। ਹੁਣ ਜਿਹੜੀ ਆਪਣੀ ਵਰਤਮਾਨ ਸਥਿਤੀ ਹੈ ਆਪਣੇ ਬਲਦੇਵ ਜੀ, ਜਿਹਦੇ ਵਿੱਚ ਮਤਲਬ ਅਸੀਂ ਇਹ ਗੱਲ ਕਰਨੀ ਹੈ ਵੀ ਹਾਂ ਸਾਡੀ ਜਿਹੜੀ ਇਹ ਮਾਤ ਭਾਸ਼ਾ ਹੈ ਇਹਦਾ ਦਰਜਾ ਜਾਂ ਜੋ ਹੈਗਾ ਸਾਨੂੰ ਕੀ ਕਰਨਾ ਚਾਹੀਦਾ। ਜੇ ਆਮ ਤੌਰ ਤੇ ਕਿਹਾ ਜਾਂਦਾ ਜੀ ਇਹ ਸਾਡੀ ਭਾਸ਼ਾ ਅੰਗਰੇਜ਼ੀ ਨੇ ਮਾਰ ਦਿੱਤੀ ਜਾਂ ਹਿੰਦੀ ਨੇ ਮਾਰਤੀ, ਸਾਨੂੰ ਇਹਨਾਂ ਜ਼ਬਾਨਾਂ ਤੋਂ ਡਰ ਹੈ ਜੀ, ਆਹ ਕੀ ਹੈ। ਹੁਣ ਜਿਹੜਾ ਸਾਡਾ ਵਰਤਮਾਨ ਸਮਾਂ ਹੈ ਜਿਹਦੇ ਵਿੱਚ ਸਾਨੂੰ ਇਸ ਭਾਸ਼ਾ ਨੂੰ ਅੱਗੇ, ਹਾਲਾਂਕਿ ਬਹੁਤ ਬੜੇ ਲਿਖਾਰੀ ਜਿਨ੍ਹਾਂ ਨੇ ਲਿਖਿਆ ਬਹੁਤ ਕੁਛ ਹੈ, ਲਿਖੀ ਵੀ ਜਾ ਰਹੇ ਨੇ ਔਰ ਪੰਜਾਬੀ ਦੀਆਂ ਮੇਰੇ ਖਿਆਲ ਸੰਸਥਾਵਾਂ ਮੇਰੇ ਖਿਆਲ ਅਣਗਿਣਤ ਨੇ ਦੁਨੀਆ ਭਰ ਦੇ ਵਿੱਚ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਇਹ ਜਿਹੜੀ ਸਥਿਤੀ ਹੈ ਸਾਡੇ ਸਾਹਮਣੇ ਆ ਵੀ ਸਾਡੀ ਇਹ ਰਾਜ ਭਾਸ਼ਾ ਨਹੀਂ ਬਣੀ। ਵਰਤਮਾਨ ਸਮਾਂ ਜਿਹੜਾ ਇਹ ਭੂਤ ਤੋਂ ਤੁਸੀਂ ਗੱਲ ਕਹਿ ਰਹੇ ਵੀ ਭੂਤਕਾਲ ਦੀ ਗੱਲ ਕਰ ਰਹੇ ਸੀਗੇ ਵੀ ਭੂਤਕਾਲ ਤੋਂ ਹੁਣ ਤੱਕ ਅਸੀਂ ਆ ਪਹੁੰਚੇ ਹੈਗੇ ਆ, ਹੁਣ ਕੀ ਸਾਡੀ ਸਥਿਤੀ ਹੈ। ਉਹ ਸਰਦੂਲ ਜੀ, ਉਸ ਭੂਤਕਾਲ ਨੇ, ਜਿੱਦਾਂ ਛਿੰਦਰ ਜੀ ਨੇ ਬਹੁਤ ਵਧੀਆ ਗੱਲਾਂ ਕਹੀਆਂ ਹੈਗੀਆਂ, ਉਸ ਭੂਤਕਾਲ ਨੇ ਜਿਹੜਾ ਸਾਡਾ ਵਰਤਮਾਨ ਆ ਉਹਨੂੰ ਸ਼ੇਪ ਕੀਤਾ, ਉਹਨੂੰ ਬਣਾਇਆ। ਹੁਣ ਜੇ ਆਪਾਂ ਵਰਤਮਾਨ ਨੂੰ ਦੇਖਦੇ ਹਾਂ ਕਿ ਦੇਖੋ ਆਪਣਾ ਜਿਹੜਾ ਸਿੱਖਿਆ ਦਾ ਪ੍ਰਬੰਧ ਹੈਗਾ, ਵਿਵਸਥਾ ਹੈਗੀ ਪੰਜਾਬ ਦੀ, ਉਹਦੇ ਵਿੱਚ ਕੀ ਆ, ਸਰਕਾਰ ਸਕੂਲ ਚਲਾ ਰਹੀ ਆ, ਉਹਦੇ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਕੂਲ ਚਲਾ ਰਹੀ ਆ। ਸਾਨੂੰ
ਇਹ ਉਹਨਾਂ ਤੋਂ ਪੁੱਛਣਾ ਪਏਗਾ। ਚਲੋ ਜਿਹੜੀ ਸਰਕਾਰ ਆ ਉਹਦੇ ਵਿੱਚ ਜਿਹੜੇ ਮੈਂਬਰ ਹੈਗੇ, ਐਮਐਲਏ ਜਾਂ ਮਿਨਿਸਟਰ ਹੈਗੇ ਆ, ਉਹਨਾਂ ਦੀ ਤਾਂ ਸਿੱਖਿਆ ਦੇਖੋ, ਉਹ ਉੱਚੇ ਘਰਾਣਿਆਂ ਦੇ ਬੰਦੇ ਆ, ਉਹਨਾਂ ਨੇ ਸਾਰੀ ਦੀ ਸਾਰੀ ਸਿੱਖਿਆ ਜਿਹੜੀ ਆ ਉਹ ਮਿਸ਼ਨਰੀ ਸਕੂਲਾਂ ਜਾਂ ਨਿੱਜੀ ਸਕੂਲਾਂ ਤੋਂ ਪਾਈ ਆ, ਔਰ ਉਹਨਾਂ ਨੇ ਉਹ ਜਿਹੜੀ ਸਿੱਖਿਆ ਪਾਈ ਹੈਗੀ ਆ ਉਹਦਾ ਮਾਧਿਅਮ ਸਿਰਫ ਤੇ ਸਿਰਫ ਅੰਗਰੇਜ਼ੀ ਸੀ। ਅੱਛਾ, ਜਦੋਂ ਉਹ ਮਿਨਿਸਟਰ ਬਣਦੇ ਆ ਜਾਂ ਮੁੱਖ ਮੰਤਰੀ ਬਣਦੇ ਹੈਗੇ ਆ ਜਾਂ ਸਿੱਖਿਆ ਮੰਤਰੀ ਬਣਦੇ ਹੈਗੇ ਆ, ਇਹ ਓਬਵੀਅਸ ਆ ਕਿ ਉਹ ਕਿਸ ਨੂੰ ਪ੍ਰੈਫਰੈਂਸ ਦੇਣਗੇ, ਕਿਹੜੀ ਭਾਸ਼ਾ ਨੂੰ? ਉਹ ਅੰਗਰੇਜ਼ੀ ਨੂੰ। ਜਿਹੜੇ ਮਿਨਿਸਟਰ ਆ, ਇੱਕ ਵਾਰੀ ਮੈਂ ਇੱਕ ਮਿਨਿਸਟਰ ਦੀ ਗੱਲ ਸੁਣ ਰਿਹਾ ਸੀਗਾ ਫੇਸਬੁੱਕ ਤੇ, ਮੇਰਾ ਖਿਆਲ ਆ ਉਹ ਕਹਿ ਰਹੇ ਸੀ ਕਿ ਜੀ ਇੱਥੋਂ ਦੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਕਿ ਅੰਗਰੇਜ਼ੀ ਦੇ ਵਿੱਚ ਖਤ ਵੀ ਨਹੀਂ ਲਿਖਣਾ ਆਉਂਦਾ, ਹਾਲਾਂਕਿ ਉਹ ਖੁਦ ਉਸ ਸਰਕਾਰ ਦੇ ਮਿਨਿਸਟਰ ਹੈਗੇ ਆ ਜਿਹਨੇ ਕਿ ਉਹਨਾਂ ਲੋਕਾਂ ਨੂੰ ਖਤ ਲਿਖਣੇ ਸਿਖਾਉਣੇ ਹੈਗੇ ਆ। ਹੁਣ ਆਪਾਂ ਸ਼੍ਰੋਮਣੀ ਕਮੇਟੀ ਦੀ ਲੈ ਲੈਂਦੇ ਆ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਹੈਗੇ ਜੋ ਸ਼੍ਰੋਮਣੀ ਕਮੇਟੀ ਰਨ ਕਰ ਰਹੀ ਆ, ਕਾਲਜ ਰਨ ਕਰ ਰਹੀ ਆ, ਇੱਥੋਂ ਤੱਕ ਕਿ ਯੂਨੀਵਰਸਿਟੀਆਂ ਵੀ ਹੈਗੀਆਂ। ਸਵਾਲ ਇਹ ਉੱਠਦਾ ਆ ਇਸ ਵੇਲੇ ਕਿ ਕੀ ਉਹਨਾਂ ਦਾ ਸਿੱਖਿਆ ਦਾ ਮਾਧਿਅਮ, ਸ਼੍ਰੋਮਣੀ ਕਮੇਟੀ ਬਹੁਤ ਵੱਡਾ ਅਦਾਰਾ ਆ ਸਿੱਖਾਂ ਦਾ, ਔਰ ਸਿੱਖਾਂ ਦੀ ਜਿਹੜੀ ਭਾਸ਼ਾ ਆ ਉਹ ਦਾਅਵਾ ਕਰਦੇ ਕਿ ਸਾਡੀ ਭਾਸ਼ਾ ਪੰਜਾਬੀ ਆ, ਕੀ ਉਹ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਆ ਸ਼੍ਰੋਮਣੀ ਕਮੇਟੀ ਦੇ ਕਾਲਜਾਂ, ਸਕੂਲਾਂ ਤੇ ਯੂਨੀਵਰਸਿਟੀਆਂ ਦੇ ਵਿੱਚ, ਕੀ ਉਹ ਪੰਜਾਬੀ 'ਚ ਦਿੱਤੀ ਜਾ ਰਹੀ ਆ? ਜਿਹੜੇ ਸਰਕਾਰੀ ਸਕੂਲ ਹੈਗੇ, ਕੀ ਉੱਥੇ ਮਾਧਿਅਮ ਜਿਹੜਾ ਪੰਜਾਬੀ ਹੈਗਾ? ਬਿਲਕੁਲ ਨਹੀਂ ਹੈਗਾ। ਸੋ ਇਹ ਜਿਹੜੀ ਹਾਲਾਤ ਪਹੁੰਚੇ ਹੈਗੇ ਆ, ਫਿਰ ਮੈਂ ਕਹੂੰਗਾ ਕਿ ਇਹ ਜਿਹੜਾ ਸਾਡਾ ਸਾਰੇ ਦਾ ਸਾਰਾ ਢਾਂਚਾ ਹੈਗਾ, ਇਹਨੂੰ ਸਾਡਾ ਜਿਹੜਾ ਭੂਤਕਾਲ ਆ ਉਹ ਚਿੰਬੜਿਆ ਆ। ਜਿਹੜੇ ਸਕੂਲ ਕਾਲਜ ਵੀ ਹੈਗੇ ਆ ਉਹ ਅੰਗਰੇਜ਼ਾਂ ਨੇ ਬਣਾਏ ਸੀ, ਅੰਗਰੇਜ਼ਾਂ ਨੇ ਆਪਣੀ ਖਾਤਰ ਬਣਾਏ ਸੀ। ਉਹਨਾਂ ਨੇ ਬਾਰ-ਬਾਰ ਇਹ ਕਿਹਾ ਸੀਗਾ ਕਿ ਅਸੀਂ ਇਸ ਮੁਲਕ ਦੇ ਉੱਤੇ ਰਾਜ ਕਰਦੇ ਹਾਂ ਔਰ ਸਾਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਆ ਜਿਹੜੇ ਕਿ ਸਾਡਾ ਰਾਜ ਕਾਇਮ ਰੱਖਣ ਔਰ ਜਿਨ੍ਹਾਂ ਨੂੰ ਅੰਗਰੇਜ਼ੀ ਸੱਭਿਅਤਾ ਔਰ ਅੰਗਰੇਜ਼ੀ ਭਾਸ਼ਾ ਆਉਂਦੀ ਹੋਵੇ, ਤਾਂ ਕਿ ਉਹ ਸਾਡੇ ਬਿਹਾਫ ਤੇ, ਸਾਡੇ ਲਈ ਭਾਰਤੀ ਲੋਕਾਂ ਤੇ ਰਾਜ ਕਰਨ। ਤੇ ਉਹਨਾਂ ਨੇ ਜਿਹੜੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬਣਾਈਆਂ ਵੀ ਸੀਗੀਆਂ, ਉਹਨਾਂ ਦਾ ਮਾਧਿਅਮ ਅੰਗਰੇਜ਼ੀ ਰੱਖਿਆ ਸੀ। ਅੱਛਾ, ਹੁਣ ਸਾਡੇ ਕੋਲ ਇਸ ਵੇਲੇ ਜਿਹੜੀ ਵਰਤਮਾਨ ਹਾਲਾਤ ਹੈਗੇ ਆ ਕਿ ਸਾਡੇ ਕਾਲਜ, ਯੂਨੀਵਰਸਿਟੀਆਂ ਔਰ ਕੁੱਟ-ਕੁੱਟ ਕੇ ਭਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਬਈ ਜਿਹੜੀ ਸਿੱਖਿਆ ਦੇਣ ਦੀ ਉਹ ਕੋਸ਼ਿਸ਼ ਕਰ ਰਹੇ ਆ ਉਹਦਾ ਮਾਧਿਅਮ ਅੰਗਰੇਜ਼ੀ ਆ। ਲੋਕਾਂ ਨੂੰ ਉਹ ਅੰਗਰੇਜ਼ੀ ਭਾਸ਼ਾ ਸਮਝ ਨਹੀਂ ਆਉਂਦੀ, ਵਿਦਿਆਰਥੀਆਂ ਨੂੰ ਉਹ ਸਮਝ ਨਹੀਂ ਆਉਂਦੀ, ਤੇ ਉਹ ਦੇਖੋ ਕਿਹੋ ਜਿਹੀ ਸਿੱਖਿਆ ਲੈ ਸਕਦੇ ਆ। ਸੋ ਸਾਡਾ ਜਿਹੜਾ ਸਵਾਲ ਅਸੀਂ ਕੀਤਾ ਸੀਗਾ ਕਿ ਅਸਲੀ ਸਮੱਸਿਆ ਕੀ ਹੈਗੀ ਆ, ਉਹ ਅਸਲੀ ਸਮੱਸਿਆ ਹੈਗੀ ਆ ਪੰਜਾਬ ਦੇ ਲੋਕ ਤੇ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈਗੀ ਆ। ਉਹ ਮੁੱਦਾ ਜਿਹੜਾ ਨਾ ਹਿੰਦੀ ਆ ਨਾ ਅੰਗਰੇਜ਼ੀ ਆ, ਪੰਜਾਬ ਦੇ ਲੋਕ ਔਰ ਪੰਜਾਬ ਦਾ ਜਿਹੜਾ ਢਾਂਚਾ ਆ ਉਹ ਪੰਜਾਬੀ ਭਾਸ਼ਾ ਦੀ ਗਿਰਾਵਟ ਦਾ ਜ਼ਿੰਮੇਵਾਰ ਬਣਦਾ। ਆਪਾਂ ਜੋ ਇਹਦੀ ਐਗਜ਼ਾਮਪਲ ਲਵਾਂਗੇ ਕਿ ਜਿੱਦਾਂ ਛਿੰਦਰ ਜੀ ਨੇ ਕਿਹਾ ਕਿ ਬਈ ਲਤੀਨੀ, ਉਹ ਸਾਰੇ ਯੂਰਪ ਦੇ ਲੋਕਾਂ ਨੇ ਆਪੋ ਆਪਣੀ ਭਾਸ਼ਾ ਨੂੰ ਕਿੱਦਾਂ ਡਿਵੈਲਪ ਕੀਤਾ। ਉਹ ਆ ਕਿ ਬਈ ਅਸੀਂ ਇਹਨਾਂ ਤੋਂ ਕੀ ਸਿੱਖ ਸਕਦੇ ਹੈਗੇ ਆ ਤੇ ਆਪਾਂ ਆਪਣੀ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਲੱਭ ਸਕਦੇ ਆ। ਜੀ ਸ਼ਿੰਦੇਪਾਲ ਜੀ, ਜਿਹੜੀ ਬਲੇਵਣਾ ਨੇ ਗੱਲ ਕਹੀ ਹੈ, ਮੈਂ ਇਸ ਗੱਲ ਦਾ ਵੀ ਥੋੜਾ ਜਿਹਾ ਸੋਚਦਾ ਹੈਗਾ ਕਿ ਜਿਹੜੀ ਸਾਡੀ ਸੰਵਾਦ ਜਿਹਨੂੰ ਕਹਿੰਦੇ ਆ, ਸਾਡਾ ਡਿਬੇਟ ਜਿਹੜਾ ਹੈਗਾ ਜਾਂ ਸਾਡੀ ਗੱਲਬਾਤ ਆ ਜਿਹੜੀ, ਕੀ ਅਸੀਂ ਉਹ ਕਰ ਰਹੇ ਹਾਂ? ਕਿ ਅਸੀਂ ਉਹ ਲੈਵਲ ਜਿਹੜਾ ਸਾਡਾ ਹੈਗਾ ਵੀ ਆਪਸ ਵਿੱਚ ਹੀ ਗੱਲ ਕਰਦਾ ਵੀ ਹਾਂਜੀ ਸਾਡੀ ਆਹ ਸਮੱਸਿਆ ਆ। ਹੁਣ ਆਪਾਂ ਤਾਂ ਟੈਲੀਵਿਜ਼ਨ ਤੇ ਬੈਠ ਕੇ ਗੱਲ ਕਰਦੇ ਹੈਗੇ ਆਮ ਲੋਕਾਂ ਦੇ ਵਿੱਚ, ਕਿਉਂਕਿ ਜੇ ਹੁਣ ਤੁਸੀਂ ਥੋੜਾ ਜਿਹਾ ਹੋਰ ਪਿੱਛੇ ਚੱਲਿਓ, ਮੈਨੂੰ ਥੋੜਾ ਜਿਹਾ ਯਾਦ ਹੈ ਕਿ ਇੱਕ ਬਜ਼ੁਰਗ ਸੀ, ਉਹਨੂੰ ਕਹਿੰਦੇ ਵੀ ਕੀ ਕਰਦਾ ਜੀ, ਕਹਿੰਦਾ ਜੀ ਮੈਂ ਹੀਰ ਪੜ੍ਹਨੀ ਸ਼ੁਰੂ ਕੀਤੀ ਹੋਈ ਹੈ, ਮੈਂ ਸੱਸੀ ਪੁੰਨੀ ਦਾ ਕਿੱਸਾ ਪੜ੍ਹ ਰਿਹਾ ਹੈਗਾ, ਮੈਂ ਫਲਾਨਾ ਕਰ ਰਿਹਾ, ਮੈਂ ਉਹ ਕਰ ਰਿਹਾ। ਇਹ ਵੀ ਪੰਜਾਬੀ ਦੇ ਹੀ ਸੀਗੇ। ਪਰ ਕੀ ਅਸੀਂ ਇਹ ਜਿਹੜਾ ਸੰਵਾਦ ਆ, ਇਹ ਡਿਬੇਟ ਆ, ਇਹ ਜਿਹੜਾ ਸਵਾਲ ਪਬਲਿਕ ਦੇ ਵਿੱਚੋਂ ਹਲੇ ਇਹ ਮੇਰੇ ਖਿਆਲ ਸ਼ੁਰੂ ਨਹੀਂ ਹੋਇਆ। ਜਦ ਤੱਕ ਅਸੀਂ ਇਹ ਡਿਬੇਟ ਨਹੀਂ ਸ਼ੁਰੂ ਕਰਾਂਗੇ ਤੇ ਮੇਰੇ ਖਿਆਲ ਜਦ ਤੱਕ ਇਹ ਸਵਾਲ ਜਿਹੜਾ ਇਹ ਸਮੱਸਿਆ ਖੜੀ ਕੀਤੀ ਆ ਜਾਂ ਹੈ ਆ, ਉਹਦੇ ਤੇ ਗੱਲਬਾਤ ਲੋਕਾਂ ਤੱਕ ਨਹੀਂ ਪਹੁੰਚੀ ਤੇ ਮੇਰੇ ਖਿਆਲ ਸਰਕਾਰ ਨੇ ਤਾਂ ਕੁਝ ਕਰਨਾ ਹੀ ਨਹੀਂ।
ਤੁਸੀਂ ਵਧੀਆ ਇੱਕ ਦੁੱਖ ਦੀ ਰਗ ਦੇ ਉੱਤੇ ਜ਼ਿਕਰ ਕੀਤਾ, ਪਰ ਮੈਂ ਥੋੜ੍ਹਾ ਜਿਹਾ ਬਲਦੇਵ ਜੀ ਦੇ ਵਿਚਾਰਾਂ ਦੇ ਨਾਲ ਥੋੜ੍ਹਾ ਹੋਰ ਐਡ ਕਰ ਦੇਵਾਂ ਕਿ ਉਹਨਾਂ ਨੇ ਜਿਸ ਮੰਤਰੀ ਦੀ ਗੱਲ ਕੀਤੀ ਆ, ਉਹਨਾਂ ਨੇ ਆਮ ਅਧਿਕਾਰੀਆਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ IAS ਅਫਸਰਾਂ ਦੀ ਗੱਲ ਕੀਤੀ ਆ, ਜਿਹੜੀ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਹੁੰਦੀਆਂ ਨੇ, ਲੋਕ ਪ੍ਰਸ਼ਾਸਨਿਕ ਸਬਜੈਕਟ ਜਿਹੜੇ ਉਹ ਹੁੰਦੇ ਨੇ ਉਹਨਾਂ ਦੇ, ਉਹ ਸਾਰੇ ਅੰਗਰੇਜ਼ੀ 'ਚ ਪੜ੍ਹੇ ਹੁੰਦੇ ਨੇ। ਉਹਨਾਂ ਨੂੰ ਵੀ ਜੇ ਅੰਗਰੇਜ਼ੀ ਦਾ ਖਤ ਨਹੀਂ ਲਿਖਣਾ ਆਉਂਦਾ, ਜਿਹੜਾ ਕਿ ਉਹਨਾਂ ਨੇ ਕੇਂਦਰ ਨੂੰ ਲਿਖਣ ਬਾਰੇ ਸੰਬੋਧਨ ਕੀਤਾ ਸੀ ਜਾਂ ਇਸ਼ਾਰਾ ਕੀਤਾ ਸੀ, ਪਰ ਆਮ ਜਨਤਾ ਜਿਹੜੀ ਹੈਗੀ ਆ ਉਹ ਕੀ ਕਰੂਗੀ। ਦੂਜੀ ਜਿਹੜੀ ਗੱਲ ਅਸੀਂ ਪਹਿਲਾਂ ਤੁਸੀਂ ਕਰਕੇ ਹਟਿਆ ਕਿ ਹਿੰਦੀ ਦੇ ਕਰਕੇ ਪੰਜਾਬੀ ਪਿੱਛੇ ਪੈ ਰਹੀ ਆ ਜਾਂ ਅੰਗਰੇਜ਼ੀ ਕਰਕੇ, ਮੇਰੇ ਖਿਆਲ ਦੇ ਵਿੱਚ ਕਿਉਂਕਿ ਸਾਡੇ ਦੇ ਵਿੱਚ ਉਹ ਜਿਹੜੀ ਸਾਡੀ ਸੱਭਿਅਤਾ ਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਵਾਸਤੇ ਸਾਡੇ ਕੋਲ ਉਹ ਲਗਨ ਨਹੀਂ ਸੀ, ਸਾਡੀ ਪ੍ਰਤੀਬੱਧਤਾ ਨਹੀਂ ਸੀ, ਸਾਡਾ ਉਹ ਨਿਸ਼ਾਨਾ ਨਹੀਂ ਸੀ। ਇਸ ਕਰਕੇ ਮੈਂ ਕਿ ਵੀ ਸੋਚਦਾ ਹੁੰਦਾ ਕਿ ਜਿਹੜਾ ਮਾੜਾ ਬੰਦਾ ਆ ਉਹ ਕਿ ਵੀ ਗਾਲਾਂ ਹੀ ਕੱਢ ਸਕਦਾ ਹੁੰਦਾ ਆ। ਇਸ ਕਰਕੇ ਮੈਨੂੰ ਲੱਗਦਾ ਹੁਣ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਅਸੀਂ ਹਿੰਦੀ ਜਾਂ ਅੰਗਰੇਜ਼ੀ ਨੂੰ ਗਾਲਾਂ ਕੱਢ ਰਹੇ ਹਾਂ, ਗੋਰਿਆਂ ਨੂੰ ਗਾਲਾਂ ਕੱਢ ਰਹੇ ਹਾਂ ਕਿ ਉਹਨੂੰ ਸਾਡੇ ਤੇ ਕਬਜ਼ਾ ਕਰ ਲਿਆ। ਪਰ ਉਹ ਆਪਣੀ ਜਿਹੜੀ ਬਲਦੇਵ ਜੀ ਨੇ ਸ਼ੁਰੂ ਵਿੱਚ ਗੱਲ ਕਹੀ ਸੀ, ਜਿਹੜਾ ਆਪਣਾ ਰੋਗ ਆ ਉਹਨੂੰ ਨਹੀਂ ਪਛਾਣਦੇ ਹੈਗੇ। ਅਸੀਂ ਉਸ ਰੋਗ ਨੂੰ, ਜਿਹੜਾ ਸਾਡਾ ਮਾਨਸਿਕ ਰੋਗ ਲੱਗਾ ਸਾਨੂੰ, ਉਹਨੂੰ ਪਛਾਣੀਏ ਕਿ ਸਾਡੀ ਕਮਜ਼ੋਰੀ ਕੀ ਆ। ਅਸੀਂ ਛੋਟੀ ਆਪਣੇ ਵੱਡੀ ਲਕੀਰ ਦੇ ਬਰਾਬਰ ਇੱਕ ਹੋਰ ਵੱਡੀ ਲਕੀਰ ਵਾਹ ਕੇ ਉਹਨੂੰ ਦੱਸੀਏ ਕਿ ਅਸੀਂ ਇਹਦੇ ਬਰਾਬਰ ਖੜ ਸਕਦੇ ਆ, ਨਾ ਕਿ ਉਸਨੂੰ ਮਟੇਣ ਦੀ ਕੋਸ਼ਿਸ਼ ਕਰੀਏ। ਜਿਹੜੀ ਤੁਸੀਂ ਆਹ ਗੱਲ ਕੀਤੀ ਆ ਕਿ ਸਾਡਾ ਇਹ ਧਿਆਨ ਇੱਧਰ ਜਾਂਦਾ ਨਹੀਂ, ਉਹੀ ਗੱਲ ਆ ਗਈ ਕਿ ਅਸੀਂ ਸ਼ੁਰੂ ਵਿੱਚ ਜਦੋਂ ਗੱਲ ਕਰਦੇ ਆ ਕਿ ਹਫੜਾ ਦਫੜੀ ਸੀ, ਗੁਲਾਮੀ ਸੀ, ਅਸੀਂ 1857 ਤੋਂ ਗਦਰ ਦੀ ਗੱਲ ਕਰਦੇ ਆ ਕਿ 47 ਤੱਕ ਸਾਨੂੰ ਤਕਰੀਬਨ 100 ਸਾਲ ਲੱਗ ਗਏ, ਤੇ 100 ਸਾਲ ਤੋਂ ਬਾਅਦ ਹੁਣ ਸਾਨੂੰ 72 ਸਾਲ ਲੱਗ ਗਏ। ਹਲੇ ਮੈਨੂੰ ਲੱਗਦਾ ਕਿ ਹਲੇ ਜਿੰਨੇ ਵੀ ਜੇ ਕਹਿ ਦਈਏ ਕਿ ਸਾਰਾ ਭਾਰਤ ਹੀ ਆਪਣੇ ਆਪ ਨੂੰ ਸ਼ਾਇਦ ਉਹ ਸਥਾਪਿਤ ਹੋਇਆ ਨਹੀਂ ਮਹਿਸੂਸ ਕਰਦਾ, ਜਿਹੜਾ ਕਿ ਇੱਕ ਆਜ਼ਾਦ ਬੰਦਾ ਜਿਹੜਾ ਉੱਥੋਂ ਦਾ ਜਿਹੜੀ ਆਜ਼ਾਦੀ ਮਾਣ ਸਕਦਾ ਹੋਵੇ, ਤਾਂ ਕਿ ਉਹ ਜਿਹੜੀਆਂ ਉੱਥੋਂ ਦੀਆਂ ਕਲਾਕ੍ਰਿਤੀਆਂ ਨੇ, ਭਾਸ਼ਾ ਨੇ, ਜਾਂ ਹੋਰ ਜਿਹੜਾ ਗਿਆਨ ਵਿਗਿਆਨ ਆ ਉਹਦੇ ਵਿੱਚ ਉਹ ਲਗਨ ਨਹੀਂ ਲਾ ਸਕਦਾ। ਹੁਣ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ, ਕਾਲਜਾਂ ਦੀ ਗੱਲ ਕਰਦੇ ਆ, ਸਾਡੇ ਕੋਲ ਸਾਨੂੰ ਇੱਥੇ ਬੈਠੇ ਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਪੜ੍ਹਾਈ ਦੇ ਸਰੋਤ ਹੀ ਨਹੀਂ ਹੈਗੇ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਜਿਹੜੀ ਆ ਉਹ ਚੰਦ ਤੋਂ ਵੀ ਹੁਣ ਤੱਕ ਕਈ ਹੋਰ ਗ੍ਰਹਿਾਂ ਦੇ ਵੱਲ ਵੱਧ ਗਈ ਆ, ਦੂਰ ਚਲੀ ਗਈ ਆ, ਤੇ ਅਸੀਂ ਹਲੇ ਤੱਕ ਵੀ ਇਸ ਕੰਪਿਊਟਰੀ ਜਾਂ ਵਿਗਿਆਨਕ ਯੁੱਗ ਦੇ ਵਿੱਚ ਆਪਣੇ ਆਪ ਨੂੰ ਦਾਖਲ ਨਹੀਂ ਕਰ ਸਕੇ, ਕਿਉਂਕਿ ਇਹ ਵਿਗਿਆਨ ਜਿਹੜਾ ਹੈਗਾ ਮੇਰੇ ਖਿਆਲ ਇੱਕ ਵੱਡਾ ਇਹ ਵੀ ਮੁੱਦਾ ਹੋਵੇਗਾ, ਵਿਗਿਆਨ ਕਦੇ ਵੀ ਪੰਜਾਬੀ ਭਾਸ਼ਾ ਦਾ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ। ਇਹ ਇੱਕ ਬਹੁਤ ਵੱਡੀ ਸਾਨੂੰ ਮੇਰੇ ਖਿਆਲ ਘਾਟ ਪਵੇਗੀ। ਬਲਦੇਵ ਜੀ ਥੋੜਾ ਉਹਦੇ ਬਾਰੇ ਹੋਰ ਰੋਸ਼ਨੀ ਪਾਉਣਗੇ। ਦੂਜੀ ਅਸੀਂ ਜਦੋਂ ਗੱਲ ਦੇਖਦੇ ਹੈਗੇ ਆ ਕਿ ਸਾਡਾ ਜਿਹੜਾ ਇਤਿਹਾਸ ਆ ਜਾਂ ਸਾਡਾ ਸੱਭਿਆਚਾਰ ਹੈ, ਉਹ ਪਿਆਰ ਕਹਾਣੀਆਂ, ਹੀਰ ਰਾਂਝਾ, ਸੱਸੀ ਪੁੰਨੂ ਜਾਂ ਧਾਰਮਿਕ ਖਿਆਲਾਂ ਦੇ ਵਿੱਚ ਹੀ ਰਹੇ ਆ। ਪਰ ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ, ਦਸੇ ਪਾਤਸ਼ਾਹ ਨੇ ਕਿਹਾ ਸੀ, ਚਿੜੀਓ ਸੇ ਮੈਂ ਬਾਜ ਲੜਾਊਂ ਤਬੇ ਗੋਬਿੰਦ ਨਾਮ ਕਹਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਪਰ ਉਹ ਜਿਹੜੀ ਜੋ ਦ੍ਰਿੜਤਾ ਉਹਨਾਂ ਨੇ ਮੁਰਦਾ ਕੌਮ ਦੇ ਵਿੱਚ ਫੂਕੀ ਸੀ, ਮੇਰੇ ਖਿਆਲ ਉਹ ਹੌਲੀ ਹੌਲੀ ਉਹ ਖਤਮ ਹੁੰਦੀ ਜਾ ਰਹੀ ਹੈ। ਤੇ ਇਸ ਕਰਕੇ ਜੋ 47 ਤੋਂ ਬਾਅਦ ਹੋਇਆ ਉਹਦੇ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈਗੀ। ਪਰ ਹੁਣ ਸਮਾਂ ਹੈ ਕਿ ਪੰਜਾਬੀਆਂ ਨੂੰ ਅੱਖਾਂ ਖੋਲਣ ਦਾ ਔਰ ਕੁਝ ਨਾ ਕੁਝ ਕਰਨ ਦਾ ਸਮਾਂ ਹੈ, ਨਹੀਂ ਤਾਂ ਇਹ ਜਿਹੜੀ ਗਿਰਾਵਟ ਹੈ ਇਹ ਫਿਰ ਇਹ ਜਾਰੀ ਰਹੇਗੀ, ਇਹਦਾ ਪਤਨ ਜਾਰੀ ਰਹੇਗਾ ਜੀ। ਹਾਂਜੀ ਬਲਦੇਵ ਜੀ, ਜਿਹੜੀ ਆਹ ਗੱਲਾਂ ਹਾਂਜੀ ਸੰਦੂਰ ਜੀ, ਮੈਂ ਇਹਦੇ ਚਿੰਦਰਪਾਲ ਜੀ ਦੇ ਜੋ ਉਹਨਾਂ ਨੇ ਕਿਹਾ ਮੈਂ ਐਡ ਕਰਨਾ ਚਾਹੂੰਗਾ ਕਿ ਦੇਖੋ ਹੁਣ ਆਪਾਂ ਜੰਪ ਮਾਰਦੇ ਹਾਂ, ਚਲੋ ਆਪਾਂ 500 ਸਾਲ ਪਿੱਛੇ ਚਲੇ ਗਏ, 1000 ਸਾਲ ਪਿੱਛੇ ਚਲੇ ਗਏ। ਹੁਣ ਜਿਹੜੇ ਸਾਡੇ ਆਜ਼ਾਦੀ ਦੇ ਘੁਲਾਟੀਏ ਸੀਗੇ, ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਸਾਰੇ ਭਾਰਤ ਔਰ ਪੰਜਾਬ ਦੇ ਲਈ ਖਾਸ ਕਰ ਜੋ ਵਿਜ਼ਨ ਸੀਗਾ, ਜੋ ਉਹ ਦੇਖਦੇ ਸੀਗੇ ਕਿ ਕੀ ਹੋਣਾ, ਜਦ ਉਹ ਆਜ਼ਾਦੀ ਦੀ ਗੱਲ ਕਰਦੇ ਸੀਗੇ, ਉਹ ਕਹਿੰਦੇ ਸੀਗੇ ਕਿ ਆਜ਼ਾਦੀ ਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਪਰੰਪਰਾ ਹੈਗੀ ਆ ਉਹਨੂੰ ਅਸੀਂ ਵਾਪਸ ਲਿਆਉਣਾ, ਜੋ ਅਸੀਂ ਹੈਗੇ ਆ, ਜੋ ਸਾਡੇ ਗੁਰੂਆਂ ਨੇ ਦਿੱਤਾ, ਸਾਡੇ ਜੋ ਰਿਸ਼ੀਆਂ ਮੁਨੀਆਂ ਨੇ ਦਿੱਤਾ, ਜੋ ਸਾਡਾ ਇਤਿਹਾਸ ਹੈਗਾ, ਜੋ ਸਾਡੀ ਪਰੰਪਰਾ ਹੈਗੀ ਆ, ਜੋ ਸਾਡੀਆਂ ਪਾਠਸ਼ਾਲਾਵਾਂ ਸੀਗੀਆਂ, ਜੋ ਅੱਜ ਕੱਲ ਜਿਹੜੇ ਅਸੀਂ ਗੁਰਦੁਆਰੇ ਥਾਂ ਥਾਂ ਬਣਾਏ ਹੈਗੇ ਆ, ਉਹ ਜਿਹੜੀ ਸੱਭਿਆਚਾਰ ਆ ਉਹ ਅਸੀਂ ਵਾਪਸ ਲੈ ਕੇ ਆਉਣਾ। ਔਰ ਜਦ 1947 ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਵੀ ਸਾਡੇ ਉਹ ਡ੍ਰੀਮਰ ਸੀਗੇ, ਮੈਂ ਸਮਝ ਕਹਿੰਦਾ ਜਿਹੜੇ ਕਿ ਸੁਪਨੇ ਲੈਂਦੇ ਸੀ ਕਿ ਸਾਡਾ ਜਿਹੜਾ ਸਮਾਜ ਆ ਉਹਦਾ
ਪੁਨਰ ਨਿਰਮਾਣ ਅਸੀਂ ਕਿਸ ਤਰ੍ਹਾਂ ਕਰਨਾ, ਕਿਹਨਾਂ ਲੀਹਾਂ ਤੇ ਕਰਨਾ, ਉਹਨਾਂ ਲੀਹਾਂ ਤੇ ਕਰਨਾ ਜੋ ਕਿ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਸੀ। ਦੇਖੋ, ਉਹਨਾਂ ਨੇ ਜਿਹੜੇ ਭਾਸ਼ਾ ਵਿਭਾਗ ਦੀ ਸਥਾਪਨਾ ਕੀਤੀ ਹੂੰ ਔਰ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਜਿਹੜੀ ਪਟਿਆਲੇ ਹੈਗੀ ਆ ਉਹਦੀ ਸਥਾਪਨਾ ਕੀਤੀ। ਉਹਦੀ ਸਥਾਪਨਾ ਕਿਸ ਲਈ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦਾ ਮਨੋਰਥ ਸੀਗਾ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਬਰਾਬਰ ਦੀ ਭਾਸ਼ਾ ਬਣਾਉਣਾ ਔਰ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ। ਕਿ ਉਹਦਾ ਮਨੋਰਥ ਪੰਜਾਬੀ ਯੂਨੀਵਰਸਿਟੀ ਦਾ ਇਹ ਸੀ ਕਿ ਪੰਜਾਬੀ ਭਾਸ਼ਾ ਨੂੰ ਵਿਗਿਆਨ ਦੀ ਭਾਸ਼ਾ ਬਣਾ ਕੇ ਜਿੰਨੇ ਵੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੁੱਲਣਗੇ ਉਹਨਾਂ ਦੇ ਵਿੱਚ ਜਿਹੜੀ ਵਿਗਿਆਨ ਤੇ ਤਕਨੀਕ ਦੀ ਟ੍ਰੇਨਿੰਗ ਦਿੱਤੀ ਜਾਊ, ਸਿੱਖਿਆ ਦਿੱਤੀ ਜਾਊਗੀ, ਉਹ ਪੰਜਾਬੀ ਵਰਤ ਕੇ ਦਿੱਤੀ ਜਾਊਗੀ, ਪੰਜਾਬੀ ਦੇ ਥਰੂ ਦਿੱਤੀ ਜਾਊ। ਔਰ ਉਹਦੇ ਲਈ ਉਹਨਾਂ ਨੇ ਭਾਸ਼ਾ ਵਿਭਾਗ ਸਥਾਪਿਤ ਕੀਤਾ। ਭਾਸ਼ਾ ਵਿਭਾਗ ਨੂੰ ਹਰ ਸਰੋਤ ਜਨ ਸ਼ਕਤੀ ਜਿਹੜੀ ਸੀਗੀ ਲੋਕਾਂ ਦੀ ਕਿ ਬਈ ਤੁਸੀਂ ਇਦਾਂ ਕਰੋ ਕਿ ਯੂਨੀਵਰਸਿਟੀਆਂ ਦੇ ਲਈ ਵਰਤਣ ਦੇ ਲਈ ਜਿਹੜਾ ਮਟੀਰੀਅਲ ਤਿਆਰ ਕਰੋ ਉਹ, ਔਰ ਜਿਹੜੀਆਂ ਯੂਰਪ ਦੀਆਂ ਕਿਤਾਬਾਂ ਆ ਉਹਨਾਂ ਦਾ ਉਲੱਥਾ ਕਰੋ। ਹੁਣ ਸਾਨੂੰ ਇਹ ਸਵਾਲ ਪੁੱਛਣਾ ਪਊਗਾ ਕਿ ਕੀ ਉਸ ਭਾਸ਼ਾ ਵਿਭਾਗ ਨੇ ਜੋ ਉਹਦਾ ਮਨੋਰਥ ਸੀ ਜਾਂ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਉਹਦਾ ਮਨੋਰਥ ਸੀ, ਕੀ ਉਹਦੇ ਵਿੱਚ ਇਹ ਕਾਮਯਾਬ ਹੋਏ ਆ? ਔਰ ਲੱਗਦਾ ਆ ਕਿ ਉਹ ਨਹੀਂ ਹੋਏ ਔਰ ਉਹਨਾਂ ਦੇ ਫੇਲ ਹੋਣ ਦੇ, ਬੁਰੀ ਤਰ੍ਹਾਂ ਉਹ ਫੇਲ ਹੋਏ ਆ, ਉਹਦੇ ਕਾਰਨ ਕੀ ਆ? ਸੋ ਇਸ ਲਈ ਜਿਹੜਾ ਆਪਾਂ ਪਹਿਲਾ ਸਵਾਲ ਪੁੱਛਿਆ ਨਾ ਕਿ ਭਾਸ਼ਾ, ਪੰਜਾਬੀ ਭਾਸ਼ਾ ਦੀ ਅਸਲ ਸਮੱਸਿਆ ਕੀ ਹੈਗੀ ਆ, ਸੋ ਅਸੀਂ ਉਹਦੇ ਹੌਲੀ ਹੌਲੀ ਨੇੜੇ ਪਹੁੰਚ ਰਹੇ ਹੈਗੇ ਆ ਕਿ ਅਸਲ ਸਮੱਸਿਆ ਕੀ ਹੈਗੀ ਆ। ਕਿ ਹੁਣ ਕਿ ਉਹ ਜਿਹੜੀ ਭਾਸ਼ਾ ਵਿਭਾਗ ਜਾਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਉਹਦੀਆਂ ਜਿਹੜੀਆਂ ਉਪਲਬਧੀਆਂ ਹੈਗੀਆਂ ਉਹ ਕੀ ਆ ਤੇ ਉਹ ਹੁਣ ਕਿਹੜੇ ਰਾਸਤਿਆਂ ਤੇ ਚੱਲ ਰਹੇ ਆ, ਇਹਦੇ ਕਾਰਨ ਕੀ ਆ ਕਿ ਉਹ ਫੇਲ ਹੋਏ ਹੈਗੇ ਆ ਜੀ। ਤੇ ਉਹ ਜਿਹੜੀਆਂ ਹੁਣ ਤੁਸੀਂ ਭਾਸ਼ਾ ਵਿਭਾਗ ਦੀ ਵੀ ਗੱਲ ਕਰਦੇ ਆ ਜਾਂ ਹੋਰ ਚੀਜ਼ਾਂ ਜਿਹੜੇ ਪਿਛਲੇ ਸ਼ਿੰਦਰ ਹੁਣਾਂ ਨੇ ਕਿਹਾ ਵੀ 72 ਸਾਲ ਦੀ ਗੱਲ ਹੈਗੀ ਆ, ਕੀ ਸਾਨੂੰ ਹੋਰ 72 ਸਾਲ ਉਡੀਕਣਾ ਪਏਗਾ? ਕਿਉਂਕਿ ਜਿਹੜੀ ਅਸੀਂ ਗੱਲ ਇਹ ਬਾਰ-ਬਾਰ ਕਹਿ ਰਹੇ ਹੈਗੇ ਆ ਵੀ ਹਾਂਜੀ ਅਸੀਂ ਪੰਜਾਬੀ ਦੀ ਗੱਲ ਕਰਦੇ ਆ, ਬੜੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਵੀ ਹੁੰਦੀਆਂ, ਲੋਕ ਜ਼ੋਰ ਵੀ ਲਾਉਂਦੇ ਹੈਗੇ, ਪਰ ਉਹ ਕਾਨਫਰੰਸਾਂ ਤੋਂ ਬਾਅਦ ਅਸੀਂ ਉਹਦਾ ਕੀ ਅਸੀਂ ਉਹ ਇੰਪਲੀਮੈਂਟ ਕਰਦੇ ਆ? ਕੀ ਉਹ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਕੰਮ ਹੁੰਦਾ ਵੀ ਜਿਹਦੇ ਨਾਲ ਸਾਡੀ ਭਾਸ਼ਾ ਜਿਹੜੀ ਜਿੰਦੀ ਰੱਖਣੀ ਚਾਹੁੰਦੇ ਹਾਂ ਅਸੀਂ, ਉਹ ਕੰਮ ਕਰ ਰਹੇ ਹਾਂ? ਸ਼ਿੰਦਰਪਾਲ ਜੀ, ਜਿਹੜੀਆਂ ਸਕੂਲਾਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ ਜਾਂ ਇੱਥੇ ਜਿਹੜੀ ਪੜ੍ਹਾਈ ਦੀ ਇਸ ਵੇਲੇ ਗੱਲ ਹੈਗੀ ਆ, ਜਿਹੜਾ ਆਮ ਪਰਿਵਾਰ ਹੈ ਉਹ ਵੀ ਆਪਣੇ ਬੱਚੇ ਨੂੰ ਅੱਜ ਇਹੀ ਕਹਿ ਰਿਹਾ ਹੈਗਾ ਵੀ ਇਹਨੂੰ ਅੰਗਰੇਜ਼ੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਆਉਣੀ ਚਾਹੀਦੀ ਹੈ। ਆਪਾਂ ਇਹ ਵੀ ਗੱਲ ਕਰਦੇ ਹਾਂ ਹਮੇਸ਼ਾ ਵੀ ਅਸੀਂ ਕਿਸੇ ਬਾਕੀ ਹੋਰ ਜ਼ਬਾਨਾਂ ਦੇ ਖਿਲਾਫ ਨਹੀਂ, ਜ਼ਬਾਨ ਸਿੱਖਣੀਆਂ ਚਾਹੀਦੀਆਂ ਹੈਗੀਆਂ, ਪਰ ਆਪਣੀ ਜਿਹੜਾ ਘਰ ਆ ਉਹ ਤਾਂ ਨਾ ਢਾਓ। ਬਹੁਤ ਦੋ ਤੁਹਾਡੇ ਜਿਹੜੇ ਮੈਂ ਸਵਾਲ ਨੋਟ ਕੀਤੇ ਆ ਉਹਦੇ ਵੱਖਰੇ ਵੱਖਰੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਯੂਨੀਵਰਸਿਟੀਆਂ ਦੀ, ਕਾਲਜਾਂ ਦੀ ਗੱਲ ਕੀਤੀ ਆ, ਕਾਨਫਰੰਸਾਂ ਦੀ ਗੱਲ ਕੀਤੀ ਆ, ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਦਰਸ਼ਕ ਸਾਡਾ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੇ ਸੈਮੀਨਾਰ ਉਹਨਾਂ ਨੇ ਅਟੈਂਡ ਕੀਤੇ ਹੋਣਗੇ, ਕਾਨਫਰੰਸਾਂ ਦੇਖੀਆਂ ਹੋਣਗੀਆਂ। ਮੇਰੇ ਖਿਆਲ 80 ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਪਿਰਤ ਪੈ ਗਈ ਆ ਪੰਜਾਬੀ ਕਾਨਫਰੰਸਾਂ ਦੀ। ਉਹਨਾਂ ਦਾ ਸਭ ਤੋਂ ਪਹਿਲਾਂ ਏਜੰਡਾ ਕੀ ਹੁੰਦਾ ਤੇ ਉਹਦੀ ਉਪਲਬਧੀ ਕੀ ਹੁੰਦੀ ਆ, ਇਹ ਹਲੇ ਕਿਸੇ ਨੂੰ ਕੁਛ ਨਹੀਂ ਪਤਾ। ਦੂਜੀ ਗੱਲ ਤੁਸੀਂ ਕਹੀ ਆ ਕਿ ਹੋਰ ਨਿੱਕੀਆਂ ਨਿੱਕੀਆਂ ਅਸੀਂ ਸਾਹਿਤਕ ਸਭਾਵਾਂ ਨੂੰ ਛੱਡ ਕੇ ਜਦੋਂ ਅਸੀਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਕਲਾ ਪ੍ਰੀਸ਼ਦ ਪੰਜਾਬ ਦੀ ਆ, ਤੇ ਉਸ ਤੋਂ ਬਾਅਦ ਪੰਜਾਬੀ ਲਿਖਾਰੀ ਕੇਂਦਰੀ ਲਿਖਾਰੀ ਸਭਾ ਹੈਗੀ ਆ, ਪੰਜਾਬੀ ਸਾਹਿਤ ਅਕੈਡਮੀ ਹੈਗੀ ਆ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਭਾਸ਼ਾ ਵਿਭਾਗ ਦੀ ਗੱਲ ਕਰਦੇ ਆ। ਭਾਸ਼ਾ ਵਿਭਾਗ ਨੇ ਜੇ ਅਸੀਂ ਸੋਚੀਏ ਕਿ ਆਪਣੇ ਇਤਿਹਾਸ ਦੇ ਵਿੱਚ ਠੀਕ ਆ, ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨੇ ਬਹੁਤ ਸਾਰਾ ਇਤਿਹਾਸ ਸਾਂਭਿਆ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਵਿਗਿਆਨਕ ਸੱਭਿਆਚਾਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚੋਂ ਹੀ ਤੁਹਾਡੀ ਭਾਸ਼ਾ ਦੇ ਜਿਹੜੀਆਂ ਜੜ੍ਹਾਂ ਨਿਕਲੀਆਂ ਹੈਗੀਆਂ, ਉਸ ਨੂੰ ਹੋਰ ਦਾ ਵਿਕਾਸ ਕਰਨ ਵਾਸਤੇ, ਉਹਨੂੰ ਸੰਭਾਲਣ ਵਾਸਤੇ ਉਹ ਜਿਹੜੀ ਗੱਲ ਬੜੀ ਜ਼ਰੂਰੀ ਹੋਣੀ ਚਾਹੀਦੀ ਆ। ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ। ਤੁਸੀਂ ਇਹਨਾਂ ਮੁਲਕਾਂ ਦੀ ਗੱਲ ਕੀਤੀ ਆ, ਮੇਰੇ ਖਿਆਲ ਸਾਡੇ
ਜਿਹੜੇ ਬਹੁਤ ਸਾਰੇ ਬਜ਼ੁਰਗ ਆ ਜੋ ਕੈਨੇਡਾ ਅਮਰੀਕਾ ਜਾਂ ਸਾਰੇ ਯੂਰਪ ਦੇ ਵਿੱਚ ਜਾਂ ਬਰਤਾਨੀਆ ਵਿੱਚ ਆਏ ਹੋਣਗੇ, ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਜਿਹੜੀ ਸਥਾਨਕ ਭਾਸ਼ਾ ਸਿੱਖਣੀ ਕਿੰਨੀ ਲਾਜ਼ਮੀ ਸੀ। ਪਰ ਹੁਣ ਇੱਕ ਥੋੜ੍ਹਾ ਜਿਹਾ ਮੈਂ ਤੁਹਾਡਾ ਤੇ ਦਰਸ਼ਕਾਂ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹਾਂਗਾ ਕਿ ਅਗਰ ਫਰਾਂਸ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਫਰਾਂਸ ਦੇ ਵਿੱਚ ਜਿਹੜਾ ਆਮ ਲੋਕਾਈ ਹੈਗੀ ਆ, ਆਮ ਜਨ ਸਧਾਰਨ ਹੈਗਾ, ਜੇ ਉਹਨੂੰ ਕਹਿ ਦਈਏ ਕਿ ਤੁਸੀਂ ਜੀ ਹਿੰਦੀ ਵਿੱਚ ਸਾਰਾ ਗਿਆਨ ਜਿਹੜਾ ਤੁਹਾਨੂੰ ਸਿੱਖਣਾ ਪੈਣਾ ਆ, ਜਿਹੜੀ ਹਿੰਦੀ ਆ ਉਹ ਬੜੀ ਵੱਡੀ ਭਾਸ਼ਾ ਹੈਗੀ ਆ, ਕੀ ਜਿਹੜੇ ਫਰਾਂਸ ਦੇ ਲੋਕ ਆ ਉਹ ਸਾਰਾ ਕੁਝ ਉਹਨਾਂ ਦੇ ਖਾਨੇ ਵਿੱਚ ਪੈ ਜਾਵੇਗਾ? ਜਾਂ ਅਸੀਂ ਬਰਤਾਨੀਆ ਵਿੱਚ ਜੇ ਕਹਿ ਦਈਏ ਕਿ ਜਿਹੜਾ ਸਾਰਾ ਇਤਿਹਾਸ ਹੈਗਾ ਤੁਹਾਨੂੰ ਉਹ ਲਾਤੀਨੀ ਵਿੱਚ ਜਾਂ ਕਿਸੇ ਹੋਰ ਅਸੀਂ ਤਾਮਿਲ ਦੇ ਵਿੱਚ ਕਹਿ ਦਈਏ ਤੁਹਾਨੂੰ ਸਿੱਖਣਾ ਪੈਣਾ, ਪੜ੍ਹਨਾ ਪੈਣਾ, ਕੀ ਜਿਹੜੇ ਇੱਥੋਂ ਦੇ ਬੱਚੇ ਆ ਭਾਵੇਂ ਉਹ ਬਹੁਤ ਤੇਜ਼ ਤਰਾਰ ਬੱਚੇ ਆ, ਮਾਡਰਨ ਜ਼ਮਾਨੇ ਦੇ ਬੱਚੇ ਆ, ਕੀ ਉਹਨਾਂ ਦਿਮਾਗ ਵਿੱਚ ਸਾਰੀ ਗੱਲ ਪੈ ਜਾਏਗੀ? ਪਰ ਕੀ ਪੰਜਾਬ ਦੇ ਜਿਹੜੇ ਲੋਕ ਹੈਗੀ ਆ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ, ਜਾਨੀ ਭਾਰਤ ਦੀ ਭਾਸ਼ਾ ਨੀਤੀ ਹੈਗੀ ਆ, ਕੀ ਉਹ ਸੋਚਦੀ ਹੈ ਕਿ ਜਿਹੜੇ ਸਦੀਆਂ ਤੋਂ ਸਾਡੀ ਪਰੰਪਰਾ ਚੱਲ ਰਹੀ ਆ ਕਿ ਉਹਦੇ ਵਿੱਚ ਅਸੀਂ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਜਿਹੜੀ ਪਾਠ ਸਮੱਗਰੀ ਹੈ, ਮੇਰੇ ਖਿਆਲ ਤਾਂ ਪਹਿਲੀ ਗੱਲ ਤਾਂ ਸਾਡੇ ਕੋਲ ਪੰਜਾਬੀ ਦੀ ਗੱਲ ਕਰਦੇ ਆ, ਸਾਡੇ ਕੋਲ ਸਿਲੇਬਸ ਹੈ ਨਹੀਂ ਪੰਜਾਬੀ ਨੂੰ ਪੜ੍ਹਾਉਣ ਵਾਸਤੇ, ਇਹ ਵੀ ਇੱਕ ਵੱਖਰਾ ਵਿਸ਼ਾ ਆ। ਪਰ ਕੀ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਥੇ ਆਮ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ, ਸ਼ਹਿਰਾਂ ਦੇ ਵਿੱਚ ਬੋਲੀ ਜਾ ਰਹੀ ਹੈ, ਪੰਜਾਬੀ ਲੋਕਾਂ ਦੇ ਖੂਨ ਵਿੱਚ ਹੈਗੀ ਆ, ਰੋਜ਼ਾਨਾ ਅਸੀਂ ਕਿੰਨੇ ਰੇਡੀਓ, ਕਿੰਨੇ ਟੈਲੀਵਿਜ਼ਨ, ਕਿੰਨੇ ਅਖਬਾਰ ਹੈਗੇ ਆ ਪੰਜਾਬੀ ਭਾਸ਼ਾ ਵਿੱਚ ਛਪਦੇ ਆ, ਪਰ ਜਿਹੜਾ ਸਾਡਾ ਗਿਆਨ ਆ, ਕੀ ਸਾਨੂੰ ਉਸ ਗਿਆਨ ਦੀ ਸਮਝ ਪੈ ਜਾਵੇਗੀ? ਕੀ ਉਹ ਮਾਤ ਭਾਸ਼ਾ ਦਾ ਅਹਿਮੀਅਤ ਨੂੰ ਸਮਝਦੇ ਆ? ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ, ਠੀਕ ਆ, ਇੱਥੋਂ ਦੇ ਬੱਚਿਆਂ ਨੂੰ ਜਾਂ ਬਾਹਰਲੇ ਬੱਚਿਆਂ ਨੂੰ ਉਹਨਾਂ ਨੂੰ ਜਿਹੜੇ ਉੱਥੋਂ ਦੀ ਭਾਸ਼ਾ ਹੈਗੀ ਆ, ਜੇ ਫਰਾਂਸ ਦੀ ਗੱਲ ਕਰਦੇ ਹਾਂ, ਜਰਮਨ ਦੀ ਗੱਲ ਕਰਦੇ ਹਾਂ, ਅਸੀਂ ਸਪੇਨ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਜਿਹੜੀ ਮੁੱਢਲੀ ਭਾਸ਼ਾ ਹੈ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਸਿੱਖਣੀ ਪਵੇਗੀ। ਠੀਕ ਹੈ, ਪੰਜਾਬੀ ਦੀ ਜਿਹੜੀ ਜਾਣਕਾਰੀ ਹੈਗੀ ਉਹ ਅਸੀਂ ਪੰਜਾਬੀ ਵਿੱਚ ਹੀ ਉਹਨਾਂ ਨੂੰ ਦੇ ਸਕਦੇ ਹੈਗੇ ਆ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਦੀ ਏਡੀ ਵੱਡੀ ਸਮਰੱਥਾ ਹੈਗੀ ਆ ਕਿ ਕਿਸੇ ਵੀ ਭਾਸ਼ਾ ਦਾ ਮੁਕਾਬਲਾ ਕਰ ਸਕਦੀ ਆ। ਸੋ ਇਹਨਾਂ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਦੇਖੋ, ਅਸੀਂ ਕੋਸ਼ਿਸ਼ ਜਿਹੜੀ ਕੀਤੀ ਹੈ ਪਿਛਲੇ ਸਮਿਆਂ ਦੇ ਵਿੱਚ, ਜੋ ਇੱਥੋਂ ਦਾ ਜਿਹੜਾ ਵਿਦਿਅਕ ਅਦਾਰੇ ਆ, ਜੋ ਵੀ ਉਹਨਾਂ ਦੇ ਪੜ੍ਹਾਈ ਸਰੋਤ ਹੈਗੇ ਆ, ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਲਿਜਾ ਕੇ ਉੱਥੋਂ ਦੇ ਮਾਹਰਾਂ ਦੇ ਨਾਲ, ਵਿਦਵਾਨਾਂ ਨਾਲ ਅਸੀਂ ਗੱਲ ਕੀਤੀ ਕਿ ਸਾਨੂੰ ਇਹਦਾ ਤਰਜਮਾ ਕਰਕੇ ਤੁਸੀਂ ਪੰਜਾਬੀ ਵਿੱਚ ਦਿਓ, ਜੋ ਅੰਗਰੇਜ਼ੀ ਦੇ ਵਿੱਚ ਜਾਂ ਸਪੈਨਿਸ਼ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਚਾਹੁੰਦੇ ਆ, ਅਸੀਂ ਸਾਨੂੰ ਇਹਦਾ ਸਾਰਾ ਤਰਜਮਾ ਹੂਬ ਪੰਜਾਬੀ 'ਚ ਕਰਕੇ ਦਿਓ। ਉਹ ਇੱਥੇ ਬਰਤਾਨੀਆ ਵਿੱਚ ਹੀ ਨਹੀਂ, ਸਾਰੇ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ, ਹੁਣ ਅਸੀਂ 14-15 ਕਰੋੜਾਂ ਦੀ ਗੱਲ ਕਰਦੇ ਹਾਂ, ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਪੜ੍ਹਨ ਦੇ ਵਿੱਚ ਸੌਖ ਹੋਵੇਗੀ। ਪਰ ਉਹਨਾਂ ਨੇ 2-3 ਮਹੀਨੇ ਉਡੀਕ ਕੇ ਕਹਿਤਾ ਜੀ ਇੱਥੇ ਕੋਈ ਨਹੀਂ ਇਹੋ ਜਿਹਾ ਕੰਮ ਕਰਨ ਵਾਲਾ, ਕਿ ਅਸੀਂ ਮਾਫੀ ਚਾਹੁੰਦੇ ਹਾਂ। ਸੋ ਜੇ ਸਾਡੇ ਕੋਲ ਪੜ੍ਹਾਈ ਸਰੋਤ ਨਹੀਂ ਹੈਗੇ, ਹੁਣ ਮਾਫ ਕਰਨਾ ਕਿ ਸਾਡੇ ਬਰਤਾਨੀਆ ਦੇ ਸਕੂਲਾਂ ਦੇ ਵਿੱਚ, ਮੇਰੇ ਖਿਆਲ ਯੂਰਪ ਦੇ ਸਕੂਲਾਂ ਦੇ ਵਿੱਚ ਵੀ ਜਿਹੜੀ ਸਥਿਤੀ ਹੈ ਇੱਥੇ ਨਾਲ ਵੱਖਰੀ ਨਹੀਂ, ਕੈਨੇਡਾ ਜਾ ਕੇ ਦੇਖਿਆ ਸਥਿਤੀ ਵੱਖਰੀ ਨਹੀਂ ਹੈਗੀ। ਹਲੇ ਵੀ ਜਿਹੜੀ ਪੰਜਾਬੀ ਆ, ਜਿਹੜੇ ਪੰਜਾਬੀ ਸਾਡੇ ਅਧਿਆਪਕ ਹੈਗੇ ਆ, ਉਹਨਾਂ ਦੀ ਜਿਹੜੀ ਟੀਚਿੰਗ ਕੁਆਲੀਫਿਕੇਸ਼ਨ ਹੈਗੀ ਉਹ ਕੀ ਹੈਗੀ, ਇੱਕ ਵੱਖਰਾ ਸਵਾਲ ਹੋਵੇਗਾ। ਪਰ ਹਲੇ ਵੀ ਜੇ ਦੇਖਿਆ ਜਾਵੇ ਉਹਨਾਂ ਕਾਇਦਿਆਂ ਤੋਂ, ਉਹਨਾਂ ਪੁਰਾਣੇ ਰੀਤੀ ਰਿਵਾਜ਼ਾਂ ਦੇ ਵਿੱਚ ਵੀ ਊੜਾ ਊਠ, ਐੜਾ ਅਨਾਰ, ਈੜੀ ਇੱਟ ਵਾਲੀ ਹਲੇ ਪੰਜਾਬੀ ਚੱਲੀ ਜਾ ਰਹੀ ਹੈ, ਜਿਸ ਕਰਕੇ ਜਿਹੜੀ ਸਾਡੀ ਪੰਜਾਬੀ ਆ ਉਹ ਹਲੇ ਕੋਈ ਵਿਕਾਸ ਨਹੀਂ ਕਰ ਰਹੀ ਹੈਗੀ। ਪੰਜਾਬ ਦੇ ਵਿੱਚ ਸਾਨੂੰ ਕੋਈ ਆਸਾਂ ਨਹੀਂ ਹੈਗੀਆਂ ਕਿ ਕੋਈ ਵੀ ਸੰਸਥਾ ਇਸ ਵੱਲ ਧਿਆਨ ਦੇਵੇਗੀ। ਕਿਸੇ ਯੂਨੀਵਰਸਿਟੀ ਨੇ ਕੋਈ ਕਦਮ ਨਹੀਂ ਉਠਾਇਆ ਹੈ, ਕਿਸੇ ਸਰਕਾਰੀ ਗੈਰ ਸਰਕਾਰੀ ਸੰਸਥਾ ਨੇ, ਕਿਸੇ ਕੰਪਨੀ ਨੇ ਵੀ ਉਠਾਇਆ। ਉਹਨਾਂ ਨੇ ਕਹਿਤਾ ਜੀ ਪੰਜਾਬੀ ਦੇ ਵਿੱਚ ਕੁਝ ਹੈ ਹੀ ਨਹੀਂ ਪੜ੍ਹਨ ਵਾਲਾ। ਮੇਰੇ ਖਿਆਲ ਪੰਜਾਬੀ ਨੂੰ ਨਕਾਰਨ ਵਾਲੇ ਜਿਹੜੇ ਬਹੁਤ ਸਾਰੇ ਸਾਡੇ ਖੁਦ ਦੇ ਜਿਹੜੇ ਲੋਕ ਨੇ, ਬਲਦੇਵ ਹੋਣੀ ਗੱਲ ਜਿਹੜੀ ਕਹੀ ਆ ਕਿ ਜਿਹੜੀ ਅਸਲੀ ਸਮੱਸਿਆ ਹੈਗੀ ਆ ਉਹ ਪੰਜਾਬੀ ਲੋਕ ਹੀ ਹਨ, ਜਾਂ ਪੰਜਾਬੀ ਮਾਨਸਿਕਤਾ ਹੀ ਹੈ, ਜਿਹਦੇ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ, ਜਾਂ ਉਸਨੂੰ ਬਦਲਣ ਦੀ ਬਹੁਤ ਲੋੜ ਹੈਗੀ ਆ ਜੀ। ਹਾਂਜੀ ਬਲਦੇਵ ਜੀ, ਜਿਹੜੀ ਮੈਂ ਖਿਆਲ ਬਹੁਤ ਵਧੀਆ ਸ਼ਿੰਦਰਪਾਲ ਹੋਣਾ ਨੇ ਗੱਲ ਹੁਣ ਜਿਹੜੀ ਕੀਤੀ ਹੈਗੀ, ਜਿਹਦੇ ਅਸੀਂ ਇਹਦੇ ਵਿਦਿਅਕ ਅਦਾਰੇ ਜਿਹੜੇ ਆ ਉਹਨਾਂ ਨੂੰ ਜਦ ਗੱਲ ਕਰਦੇ ਆ, ਦੇਖਦੇ ਆ, ਤੇ ਜਦੋਂ ਅਸੀਂ ਆਪਸ ਵਿੱਚ ਹੀ ਜਿਹੜੀ ਗੱਲ ਹਮੇਸ਼ਾ ਹੀ ਕਰਦੇ ਹੈਗੇ ਆ, ਤੇ ਜਦ ਮੈਂ ਇਹ ਸੋਚਦਾ, ਦੇਖਦਾ ਹਰ ਵੇਲੇ ਵੀ ਅਸੀਂ ਪੰਜਾਬੀ ਦੇ ਵਿੱਚ ਪੰਜਾਬੀ ਦੀ ਗੱਲ ਕਰਦੇ ਆ, ਪਰ ਉਹ ਲੋਕ ਜਿਹੜੇ ਆ ਵੀ ਜਿਹੜੀ ਸਾਡੀ ਵਿਗਿਆਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ, ਜੇ ਹੁਣ ਇਹ ਕਿਹਾ ਵੀ ਊੜਾ ਊਠ ਤੇ ਇੱਟ ਦੇ ਆ, ਪਰ ਜਦ ਅਸੀਂ ਇੱਥੇ ਦੇ ਬੱਚੇ ਨੂੰ ਕਿਸੇ ਨੂੰ ਗੱਲ ਕਹਾਂਗੇ ਵੀ ਊੜਾ ਊਠ, ਉਹ ਤਾਂ ਫਿਰ ਨਹੀਂ ਸਮਝੇਗਾ ਨਾ, ਵੀ ਇਹ ਗੱਲ ਨਹੀਂ ਬਣੇਗੀ। ਕਿਉਂਕਿ ਸਾਨੂੰ ਮੇਰੇ ਖਿਆਲ ਸਾਡੀ ਇਹਦੀ ਜਿਹੜੀ ਭਾਸ਼ਾ ਦੀ ਜਿਹੜੀ ਵਿਆਕਰਨ ਦੇ ਨਾਲ ਜਿਹੜੀ ਸਾਨੂੰ ਸਿਖਾਉਣ ਦਾ ਜਿਹੜਾ ਤਰੀਕਾ ਉਹ ਨਵਾਂ ਅਪਣਾਉਣਾ ਪਵੇਗਾ। ਕੰਪਿਊਟਰ ਦੇ ਨਾਲ ਸਾਨੂੰ ਇਹ ਗੱਲ ਕਰਨੀ ਪਵੇਗੀ, ਪਰ ਇਹ ਸਾਰਾ ਕੁਝ ਤਾਂ ਹੀ ਹੋਵੇਗਾ। ਮੈਂ ਜਿਹੜੀ ਪਹਿਲਾਂ ਵੀ ਗੱਲ ਕਰਦੀ ਹਾਂ, ਮੇਰਾ ਖਿਆਲ ਹੈ ਕਿ ਸਾਡਾ ਜਿਹੜਾ ਡਾਇਲੋਗ ਹੈ ਜਾਂ ਸਾਡੀ ਜਿਹੜੀ ਡਿਬੇਟ ਹੈ
ਉਹ ਉਸ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਲੋਕ ਹੱਲੇ ਵੀ ਇਹੀ ਕਹਿ ਰਹੇ ਹੈਗੇ ਆ ਜੀ ਸਾਨੂੰ ਅੰਗਰੇਜ਼ੀ ਜ਼ਰੂਰ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਤੋਂ ਬਗੈਰ ਡਾਕਟਰ ਨਹੀਂ ਬਣ ਸਕਦਾ, ਅੰਗਰੇਜ਼ੀ ਤੋਂ ਬਗੈਰ ਇੰਜੀਨੀਅਰ ਨਹੀਂ ਬਣ ਸਕਦਾ, ਅੰਗਰੇਜ਼ੀ ਤੋਂ ਬਗੈਰ ਜਿਹੜੀ ਤੁਸੀਂ ਵਿਗਿਆਨ ਦੀ ਗੱਲ ਕਰਦੇ ਤੁਸੀਂ ਉਹ ਕਿਤਾਬ ਵੀ ਲਿਖੀ ਹੈਗੀ ਆ, ਪਰ ਇਹ ਸਾਰਾ ਕੁਝ ਪੰਜਾਬੀ ਦੇ ਵਿੱਚ ਹੋ ਹੀ ਸਕਦਾ ਹੈ ਔਰ ਸਾਨੂੰ ਕਰਨ ਦੀ ਲੋੜ ਹੈ। ਸਵਾਲ ਤਾਂ ਫਿਰ ਮੁੜ ਕੇ ਉੱਥੇ ਖੜਾ ਹੋ ਜਾਂਦਾ ਵੀ ਸਮੱਸਿਆ ਸਾਡੀ ਹੈਗੀ। ਹਾਂਜੀ ਬਿਲਕੁਲ ਸਰਦੂਲ ਜੀ, ਤੁਸੀਂ ਔਰ ਚਿੰਦਰ ਜੀ ਨੇ ਬਹੁਤ ਮਹੱਤਵਪੂਰਨ ਪੁਆਇੰਟ ਜਿਹੜੇ ਉਹ ਰੱਖੇ ਹੈਗੇ ਆ। ਹੁਣ ਸਾਡੇ ਕੋਲ ਇਹ ਸਮੱਸਿਆ ਜਿਹੜੀ ਤੁਸੀਂ ਕਹਿੰਦੇ ਕਿ ਪੜ੍ਹਾਉਣ ਦੇ ਤੌਰ ਤਰੀਕੇ ਹੈਗੇ ਆ, ਈਵਨ ਬੇਸਿਕ ਪੰਜਾਬੀ ਪੜ੍ਹਾਉਣ ਦੇ ਤੌਰ ਤਰੀਕੇ ਵੀ ਜਿਹੜੇ ਹੈਗੇ ਆ ਉਹ ਅਸੀਂ ਨਹੀਂ ਬਦਲੇ ਹੈਗੇ, ਕਿਉਂਕਿ ਸਾਡਾ ਜਿਹੜਾ ਸਿੱਖਿਆ ਦਾ ਢਾਂਚਾ ਆ ਉਹ ਸਾਡਾ ਆਪਣਾ ਪੰਜਾਬੀ ਢਾਂਚਾ ਨਹੀਂ ਹੈਗਾ। ਅਸੀਂ ਉਹ ਢਾਂਚਾ ਆਪਣੇ ਸਮਾਜ ਲਈ ਆਪਣੀਆਂ ਪਰਿਸਥਿਤੀਆਂ ਨੂੰ ਦੇਖ ਕੇ ਨਹੀਂ ਬਣਾਇਆ। ਉਹ ਢਾਂਚਾ ਜਿਹੜਾ ਆ ਇੱਕ ਬਾਹਰਲੇ ਸਾਮਰਾਜ ਤਾਕਤ ਜਿਹੜੇ ਕਿ ਬ੍ਰਿਟਿਸ਼ ਸੀਗੇ ਉਹਨਾਂ ਨੇ ਦਿੱਤਾ ਸੀ ਔਰ ਉਹਨੂੰ ਲੈ ਕੇ ਅਸੀਂ ਦੌੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਹਕੀਕਤ ਕੀ ਹੈਗੀ ਆ ਕਿ ਸਾਨੂੰ ਉਹ ਢਾਂਚਾ ਆਪਣਾ ਢਾਂਚਾ ਆਪਣੇ ਲਿਹਾਜ਼ ਦੇ ਨਾਲ ਬਦਲਣ ਦੀ ਲੋੜ ਸੀਗੀ। ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਭਾਸ਼ਾ ਵਿਭਾਗ ਐਸਟੈਬਲਿਸ਼ ਕੀਤਾ ਗਿਆ, ਪੰਜਾਬੀ ਯੂਨੀਵਰਸਿਟੀ, ਲੇਕਿਨ ਉਹ ਬੁਰੀ ਤਰ੍ਹਾਂ ਫੇਲ ਹੋਈ ਕਿਉਂਕਿ ਉਹਨਾਂ ਨੇ ਉਹ ਜਿਹੜਾ ਢਾਂਚਾ ਸੀਗਾ ਉਹ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਵੇਲੇ ਹਾਲਾਤ ਕੀ ਹੈਗੇ ਆ ਕਿ ਅੰਨ੍ਹੇਵਾਹ ਜਿਹੜੀ ਆ ਨਾ ਉਹ ਯੂਰਪ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਬ੍ਰਿਟਿਸ਼ਾਂ ਨੇ ਜਿਹੜਾ ਢਾਂਚਾ ਸਾਡੇ ਕੋਲ ਸਥਾਪਿਤ ਕੀਤਾ ਸੀ ਉਹ ਸਿਰਫ ਤੇ ਸਿਰਫ ਨਕਲ ਤੇ ਆਧਾਰਿਤ ਸੀਗਾ। ਕਿ ਉਹ ਹੁਣ ਹਾਲਾਤ ਕੀ ਹੈਗੇ ਆ, ਸਾਡੀ ਸਰਕਾਰ ਦੀ ਭਾਸ਼ਾ ਆ ਉਹ ਪੰਜਾਬੀ ਨਹੀਂ, ਸਾਡੀਆਂ ਅਦਾਲਤਾਂ ਦੀ ਭਾਸ਼ਾ ਉਹ ਪੰਜਾਬੀ ਨਹੀਂ ਹੈਗੀ, ਸਿੱਖਿਆ ਦੀ ਭਾਸ਼ਾ ਉਹ ਪੰਜਾਬੀ ਹੈ ਨਹੀਂਗੀ। ਤੇ ਇਸ ਕਰਕੇ ਜਿਹੜਾ ਇਹ ਸਭ ਕੁਝ ਜਿਹੜਾ ਬਦਲਣਾ ਹੈਗਾ ਇਹਨੂੰ ਬਦਲਣ ਦੀ ਲੋੜ ਹੈਗੀ ਆ। ਉਹ ਤੁਸੀਂ ਬਦਲ ਕਿਸ ਤਰ੍ਹਾਂ ਸਕਦੇ ਆ ਜੇਕਰ ਤੁਸੀਂ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਕਿਹਾ ਸੀਗਾ ਕਿ ਉਹ ਸਮੱਸਿਆ ਜਿਹੜੀ ਆ ਉਹਨੂੰ ਤੁਸੀਂ ਪਛਾਣਨ ਦੇ ਕਾਬਿਲ ਬਣਦੇ ਆ। ਔਰ ਸਾਨੂੰ ਜੇ ਅਸੀਂ ਯੂਰਪ ਦੀ ਰੀਸ ਕਰਦੇ ਹੈਗੇ, ਸਾਰਾ ਹਿੰਦੁਸਤਾਨ ਦਾ ਤੇ ਪੰਜਾਬ ਦਾ ਢਾਂਚਾ ਯੂਰਪ ਦੀ ਰੀਸ ਕਰਨ ਤੇ ਲੱਗਾ ਹੋਇਆ ਕਿ ਸਾਨੂੰ ਚਿੰਦਰ ਜੀ ਨੇ ਪਹਿਲਾਂ ਲਤੀਨੀ ਦਾ ਮੈਂਸ਼ਨ ਕੀਤਾ। ਦੇਖੋ ਜਦੋਂ ਇਹ ਯੂਰਪ ਦੇ ਵਿੱਚ 1000 ਸਾਲ ਬਾਅਦ ਜਦੋਂ ਰੋਮਨ ਸਾਮਰਾਜ ਖਤਮ ਹੋਇਆ 5ਵੀਂ ਸਦੀ ਦੇ ਵਿੱਚ, 1000 ਸਾਲ ਯੂਰਪ ਦੇ ਵਿੱਚ ਕੋਈ ਵੀ ਇੰਟੈਲੈਕਚੁਅਲ ਬੌਧਿਕ ਪੱਧਰ ਦੀਆਂ ਗਤੀਵਿਧੀਆਂ ਬਿਲਕੁਲ ਬੰਦ ਸੀਗੀਆਂ। 15ਵੀਂ ਸਦੀ ਦੇ ਵਿੱਚ ਜਾ ਕੇ ਜਿਹਨੂੰ ਯੂਰਪੀਅਨ ਰਨੇਸੈਂਸ ਕਹਿੰਦੇ ਆ, ਪੁਨਰ ਜਾਗਰਤੀ ਕਹਿੰਦੇ ਆ, ਉਹ ਜਦ ਆਈ ਹੈਗੀ ਆ ਕਿ ਸਾਰੇ ਦਾ ਸਾਰਾ ਕੰਮ ਜਿਹੜਾ ਸੀ ਯੂਰਪ ਦੇ ਵਿੱਚ ਹਰ ਮੁਲਕ ਦੇ ਵਿੱਚ ਲਤੀਨੀ ਚ ਹੁੰਦਾ ਸੀ। ਜਿੰਨਾ ਵੀ ਪੜ੍ਹਾਈ ਕਰਾਈ ਜਾਂਦੀ ਸੀਗੀ ਯੂਰਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਇੰਸ ਦੀ, ਉਹ ਸਾਰੀ ਦੀ ਸਾਰੀ ਪੜ੍ਹਾਈ ਲਤੀਨੀ ਵਿੱਚ ਕਰਾਈ ਜਾਂਦੀ ਸੀ। ਜੇ ਤੁਸੀਂ ਇਟਲੀ ਚਲੇ ਜਾਂਦੇ ਆ ਤਾਂ ਲਤੀਨੀ ਸੀ, ਫਰਾਂਸ ਚਲੇ ਜਾਓ ਲਤੀਨੀ ਸੀ, ਸਵੀਡਨ ਚਲੇ ਜਾਂਦੇ ਆ, ਯੂਕੇ ਦੀਆਂ ਯੂਨੀਵਰਸਿਟੀਆਂ ਸਾਰੀ ਪੜ੍ਹਾਈ ਲਤੀਨੀ ਚ ਕਰਾਉਂਦੀਆਂ ਸੀ। ਲੇਕਿਨ ਯੂਰਪ ਦੇ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੇ ਦੇਖਿਆ ਵੀ ਅਸੀਂ ਜਿਹੜੀ ਪੜ੍ਹਾਈ ਆਪਣੇ ਵਿਦਿਆਰਥੀਆਂ ਨੂੰ ਕਰਾਉਨੇ ਆ ਲਤੀਨੀ ਦੇ ਵਿੱਚ, ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿ ਇਹ ਜਿਹੜੀ ਸਾਰੀ ਦੀ ਸਾਰੀ ਪੜ੍ਹਾਈ ਜਾ ਕਿੱਥੇ ਰਹੀ ਆ। ਫਰਾਂਸੀਸੀਆਂ ਨੇ ਇਹ ਸਵਾਲ ਕੀਤੇ, ਅੰਗਰੇਜ਼ਾਂ ਨੇ ਸਵਾਲ ਕੀਤੇ, ਆਕਸਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਸਭ ਤੋਂ ਮੋਹਰੇ ਸੀਗੇ ਇਸ ਸਿਲਸਿਲੇ ਦੇ ਵਿੱਚ। ਜਿਹੜੇ ਵੀ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ, ਜਦ ਉਹਨਾਂ ਨੇ ਦੇਖਿਆ ਕਿ ਨਤੀਜੇ ਨਹੀਂ ਨਿਕਲ ਰਹੇ ਤੇ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ, ਲਤੀਨੀ ਦੇ ਨਾਲ ਅੰਗਰੇਜ਼ੀ ਦੇ ਵਿੱਚ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਜਿਹੜੇ ਵਿਦਿਆਰਥੀਆਂ ਲਈ ਨੋਟ ਬਣਾਉਂਦੇ ਸੀ ਉਹ ਉਹਨਾਂ ਨੇ ਅੰਗਰੇਜ਼ੀ ਚ ਸ਼ੁਰੂ ਕੀਤੇ। ਇਹ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਹੈਗੀ, ਇਹ ਤਾਂ 200-300 ਸਾਲ ਪੁਰਾਣੀ ਗੱਲ ਹੈਗੀ ਆ। ਫਰਾਂਸੀਸੀਆਂ ਨੇ ਫ੍ਰੈਂਚ ਦੇ ਵਿੱਚ ਸਭ ਕੁਝ ਕਰਨਾ ਸ਼ੁਰੂ ਕੀਤਾ ਕਿਉਂਕਿ ਇਹਨਾਂ ਨੇ ਇਹ ਸਿੱਖ ਲਿਆ ਸੀਗਾ ਕਿ ਸਾਡੀ ਜਿਹੜੀ ਤਰੱਕੀ ਹੈਗੀ ਆ, ਮਾਨਸਿਕ ਤਰੱਕੀ ਕਹਿ ਲਓ ਜਾਂ ਭੌਤਿਕ ਤਰੱਕੀ ਕਹਿ ਲਓ, ਉਹ ਕਦੇ ਵੀ ਬਗਾਨੀ ਭਾਸ਼ਾ ਦੇ ਸਹਾਰੇ ਤੇ ਨਹੀਂ ਹੋ ਸਕਦੀ। ਇਸ ਕਰਕੇ
ਬਾਰ-ਬਾਰ ਆਪਾਂ ਇਹ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਹੈਗਾ ਆ ਸਿੱਖਿਆ ਦਾ ਪ੍ਰਬੰਧ ਹੈਗਾ, ਉਹਨੇ ਹਜੇ ਇਹ ਸਿੱਖਿਆ ਹੀ ਨਹੀਂ ਹੈਗਾ ਕਿ ਬਈ ਅੰਗਰੇਜ਼ੀ ਦੇ ਸਹਾਰੇ ਤੇ ਪੰਜਾਬ ਜਾਂ ਭਾਰਤ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਵਿਦਿਆਰਥੀਆਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਜੇ ਕੋਈ ਫਿਜ਼ਿਕਸ ਪੜ੍ਹਾ ਰਿਹਾ ਮਾਸਟਰ ਜਾਂ ਕੋਈ ਕੈਮਿਸਟਰੀ ਪੜ੍ਹਾ ਰਿਹਾ, ਪਤਾ ਹੀ ਨਹੀਂ ਲੱਗਦਾ ਵੀ ਉਹ ਕਹਿ ਕੀ ਰਿਹਾ ਹੈਗਾ। ਸੋ ਸਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਬਈ ਇੱਕ ਤਾਂ ਉਹਨੂੰ ਪਛਾਣੋ, ਔਰ ਉਹਦਾ ਹੱਲ ਆ ਕਿ ਜੋ ਯੂਰਪੀਅਨਸ ਨੇ ਹੱਲ ਉਹ ਕੀਤਾ ਹੈਗਾ, ਉਹਦੇ ਵੱਲਾਂ ਉਹਦੀ ਨਕਲ ਨਹੀਂ ਕਰਨੀ ਹੈਗੀ, ਅਸੀਂ ਉਹਦੇ ਵੱਲਾਂ ਦੇਖਣਾ ਹੈਗਾ ਕਿ ਬਈ ਇਹ ਕੰਮ ਕਿਸ ਤਰ੍ਹਾਂ ਕਰਦੇ ਹੈਗੇ ਆ ਤੇ ਅਸੀਂ ਕਿਸ ਤਰ੍ਹਾਂ ਕਰਨਾ। ਜੀ ਬਲਦੇਵ ਜੀ, ਬਹੁਤ ਵਧੀਆ ਜਿਹੜੇ ਸਵਾਲ ਕੀਤੇ, ਪਰ ਇਹ ਸਾਡੇ ਮੇਰੇ ਖਿਆਲ ਇੱਕ ਪ੍ਰੋਗਰਾਮ ਦੇ ਵਿੱਚ ਆਪਣੀ ਸਾਡੀ ਗੱਲਬਾਤ ਜਿਹੜੀ ਹੈ ਇਹ ਸਮਾਪਤ ਜਾਂ ਇਹ ਨਜਿੱਠੀ ਨਹੀਂ ਜਾਣੀ। ਪਰ ਜਿਹੜੀ ਸ਼ਿੰਦਰ ਜੀ ਗੱਲ ਅਸੀਂ ਕਰਦੇ ਹਾਂ, ਸਾਨੂੰ ਵਿਗਿਆਨਕ ਦੀ ਗੱਲ ਕਰਦੇ ਹਾਂ, ਜਾਨੀ ਜਿਹੜੇ ਸਾਡੇ ਪੜ੍ਹਾਉਣ ਦੇ ਤੌਰ ਤਰੀਕੇ ਆ ਉਹਨਾਂ ਨੂੰ ਵੀ ਬਦਲਣਾ ਪਵੇਗਾ। ਤੁਹਾਨੂੰ ਪਤਾ, ਤੁਸੀਂ ਵੀ ਟੀਚਿੰਗ ਦੇ ਵਿੱਚ ਰਹੇ ਹੋ, ਤਾਂ ਜਾਂ ਗੱਲਬਾਤ ਕਰਦੀ, ਜਿਹੜਾ ਵੀ ਟੀਚਰ ਆਉਂਦਾ ਕਲਾਸ ਦੇ ਵਿੱਚ ਆਉਂਦਾ, ਪਹਿਲਾਂ ਆਪਣਾ ਲੈਸਨ ਪਲਾਨ ਲੈ ਕੇ ਆਉਂਦਾ ਵੀ ਮੈਂ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਉਣਾ। ਹੁਣ ਜਿਹੜਾ ਬੱਚਾ ਆ ਜਦੋਂ ਜਨਮਦਾ, ਸਭ ਤੋਂ ਪਹਿਲਾਂ ਉਹਦੀ ਪਛਾਣ ਜਿਹੜੀ ਅੱਖਰ ਦਾ ਪਛਾਣ ਨਹੀਂ ਨਾ, ਉਹ ਇੱਕ ਤਸਵੀਰ ਪਛਾਣਦਾ। ਹਾਂਜੀ, ਤੇ ਉਹ ਜਿਹੜੀ ਮਾਤਾ ਮੂਹਰੇ ਉਹਦੀ ਮਾਂ ਬੈਠੀ ਹੈ ਤੇ ਉਹਦੀ ਜਿਹੜੀ ਜ਼ੁਬਾਨ ਹੈ ਉਹ ਉਹਨੂੰ ਫਿਰ ਬੋਲਣਾ ਸ਼ੁਰੂ ਕਰਦੀ ਹੈ, ਤਾਂ ਹੀ ਇਹਨੂੰ ਮਾਤ ਭਾਸ਼ਾ ਕਹਿੰਦੇ ਆ। ਜਦ ਤੱਕ ਇਹ ਜਿਹੜੀ ਗਰਾਊਂਡ ਲੈਵਲ ਤੋਂ ਅਸੀਂ ਇਹ ਗੱਲ ਨੂੰ ਇਹ ਪ੍ਰਚਾਰਾਂਗੇ ਨਹੀਂ ਤੇ ਇਸ ਦੀ ਜਿਹੜੀ ਮਤਲਬ ਜਿਹੜੀ ਸਮਾਜ ਹੈ ਉਹ ਨਹੀਂ ਸ਼ੁਰੂ ਕਰਾਂਗੇ ਅਸੀਂ, ਤੇ ਉਹ ਤੋਂ ਬਾਅਦ ਫਿਰ ਜਿਹੜੇ ਇਹ ਲੋਕ ਹੈਗੇ, ਕਿਉਂਕਿ ਸਾਡੀ ਇਹਨੂੰ ਇਹ ਸੁਭਾਵਾਂ ਵੀ ਹੈਗੀਆਂ, ਸਾਡੇ ਟੀਵੀ ਪ੍ਰੋਗਰਾਮ ਵੀ ਹੈਗੇ, ਸਾਰਾ ਕੁਝ ਹੈਗਾ, ਪਰ ਇਹ ਮੇਰਾ ਖਿਆਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਟੈਪ ਬਾਈ ਸਟੈਪ ਇਹ ਜਿਹੜੀ ਸਮੱਸਿਆ ਹੈ, ਇਹਦੇ ਜਿਹੜੇ ਹੋਰ ਸਵਾਲ ਉੱਠਦੇ ਉਹਨਾਂ ਦੇ ਵੱਲ ਧਿਆਨ ਦੇਣਾ ਪਵੇਗਾ। ਤੁਸੀਂ ਬਹੁਤ ਵਧੀਆ ਗੱਲ ਕਹੀ ਆ। ਮੈਂ ਥੋੜਾ ਜਿਹਾ ਇੱਕ ਤੁਹਾਨੂੰ ਰੈਫਰੈਂਸ ਦੇਣਾ ਚਾਹਾਂਗਾ। ਜਸਵੰਤ ਜ਼ਫਰ ਇੱਕ ਪੰਜਾਬ ਦਾ ਵਧੀਆ ਚਰਚਿਤ ਕਵੀ ਹੈ, ਪਰ ਉਹ ਪ੍ਰੋਫੈਸ਼ਨ ਦੇ ਪੱਖੋਂ ਇੱਕ ਉਹ ਵਿਗਿਆਨੀ ਹੈ, ਵਿਗਿਆਨਕ ਸੋਚ ਹੈ ਉਸ ਬੰਦੇ ਦੀ। ਤੇ ਉਹਨਾਂ ਦੀਆਂ ਮੈਂ ਗੱਲਾਂ ਸੁਣੀਆਂ ਅਤੇ ਉਹ ਕਹਿੰਦੇ ਸੀ ਕਿ ਅਗਰ ਮੈਨੂੰ ਪੰਜਾਬੀ ਦੇ ਵਿੱਚ ਮੇਰੇ ਵਿਸ਼ੇ ਪੜ੍ਹਨ ਦੀ ਮੈਨੂੰ ਸਹੂਲਤ ਹੁੰਦੀ, ਜਾਂ ਉਹ ਜਿਹੜੀ ਪਾਠ ਸਮੱਗਰੀ ਦੀ ਜਿਹਦੀ ਮੈਂ ਗੱਲ ਕੀਤੀ ਹੈ ਪਹਿਲਾਂ, ਪੜ੍ਹਾਈ ਸਰੋਤ ਜਿਹੜੇ ਪੰਜਾਬੀ ਦੇ ਵਿੱਚ ਹੁੰਦੇ ਜਾਂ ਪੰਜਾਬੀ 'ਚ ਪੜ੍ਹਾਈ ਹੁੰਦੀ ਵਿਗਿਆਨ ਦੀ, ਤਾਂ ਕਹਿੰਦੇ ਮੈਂ ਬਹੁਤ ਵੱਡਾ ਸ਼ਾਇਦ ਦੁਨੀਆ ਦਾ ਵਿਗਿਆਨੀ ਬਣ ਸਕਦਾ ਸੀ। ਉਹਦੇ ਵਰਗੇ ਹੋਰ ਮੇਰੇ ਖਿਆਲ ਲੱਖਾਂ ਹੀ ਮੇਰੇ ਖਿਆਲ ਪੰਜਾਬੀ ਇਹੋ ਜਿਹੇ ਹੋਣਗੇ ਜਿਹੜੇ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਗਏ ਅੱਜ, ਕਿਉਂਕਿ ਉਹਨਾਂ ਦੇ ਉੱਤੇ ਅੰਗਰੇਜ਼ੀ ਮੜ ਦਿੱਤੀ ਗਈ। ਕਿਉਂਕਿ ਕਸੂਰ ਅਸੀਂ ਕਿਹਦਾ ਕਵਾਂਗੇ? ਅਗਰ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਸਾਡਾ ਬੱਚਾ ਪਿੱਛੇ ਰਹਿ ਗਿਆ, ਕਿ ਕਸੂਰ ਸਾਡਾ ਹੈ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਜਿਹੜੀਆਂ ਲੋੜੀਂਦੀਆਂ ਸਹੂਲਤਾਂ ਅਸੀਂ ਨਹੀਂ ਪ੍ਰਦਾਨ ਕਰ ਸਕੇ। ਸੋ ਇਹਦੇ ਵਿੱਚ ਅਸੀਂ ਉਹੀ ਗੱਲ ਕਰਦੇ ਹਾਂ ਕਿ ਕਿਸੇ ਵੀ ਦੂਜੀ ਗੱਲ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਇਹ ਗੱਲ ਮਨ 'ਚ ਧਾਰ ਲੈਣੀ ਚਾਹੀਦੀ ਆ, ਪੱਕੀ ਕਰ ਲੈਣੀ ਚਾਹੀਦੀ ਆ ਕਿ ਇਹ ਸਰਕਾਰਾਂ ਦਾ ਕੰਮ ਨਹੀਂ। ਠੀਕ ਆ, ਉਹਨਾਂ ਨੇ ਇਹਨੂੰ ਲਾਗੂ ਕਰਨਾ, ਪਰ ਜਿਹੜੀ ਉਹ ਸਮੱਗਰੀ ਤਿਆਰ ਕਰਨੀ ਆ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਕਿ 1962 ਦੇ ਵਿੱਚ ਬਣੀ, ਉਹਦਾ ਇੱਕੋ ਇੱਕ ਮਕਸਦ ਸੀ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਕਰਨੀ। ਅਸੀਂ ਕਹਿ ਤਾਂ ਦਿੰਦੇ ਹਾਂ ਕਿ ਜੀ ਫਲਾਨਾ ਗਾਇਕ ਆ, ਫਲਾਨਾ ਲਿਖਾਰੀ ਆ, ਉਹਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਆ, ਪਰ ਮੇਰੇ ਖਿਆਲ ਡੂੰਘਾਈ ਦੇ ਵਿੱਚ ਜਾ ਕੇ ਸਾਨੂੰ ਦੇਖਣਾ ਪੈਣਾ ਕਿ ਉਹ ਸੇਵਾ ਹੈ ਕੀ। ਉਹ ਜਿਹੜੀ ਸੇਵਾ ਦੀ ਪਰਿਭਾਸ਼ਾ ਆ ਉਹ ਵੀ ਸਾਨੂੰ ਅੰਕਿਤ ਕਰਨੀ ਪੈਣੀ ਆ ਮੇਰੇ ਖਿਆਲ ਦੇ ਵਿੱਚ। ਸੋ ਦੂਜੇ ਪਾਸੇ ਭਾਸ਼ਾ ਵਿਗਿਆਨ ਦੀ ਗੱਲ ਕਰਦੇ ਹਾਂ। ਭਾਸ਼ਾ ਵਿਗਿਆਨ ਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਸਿਰਫ ਤਾਂ ਸਿਰਫ ਉਹਨੀ ਸਾਹਿਤ ਨੂੰ ਸਾਂਭਣਾ ਹੀ ਉਹਨਾਂ ਦਾ ਇੱਕ ਟੀਚਾ ਹੈਗਾ। ਪੰਜਾਬੀ ਭਾਸ਼ਾ ਦੀ ਜਿਹੜਾ ਵਿਕਾਸ ਹੈਗਾ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ। ਮੇਰੇ ਸਾਹਮਣੇ ਕੁਦਰਤੀ ਮੈਂ ਸਵੇਰੇ ਵਿਚਾਰ ਚੱਲੀ ਤੇ ਮੇਰੀ ਕਿਤਾਬ ਸਾਹਮਣੇ ਪਈ ਆ। 2003 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਕਾਨਫਰੰਸ ਹੁੰਦੀ ਆ, ਜਿਹਦੀ ਕਿਤਾਬ ਲਿਖੀ ਹੈ ਪ੍ਰੋਫੈਸਰ ਦਰਸ਼ਨ ਗਿੱਲ ਨੇ, ਪੰਜਾਬੀ ਭਾਸ਼ਾ ਕੌਮਾਂਤਰੀ ਪਰਪੇਖ ਦੇ ਵਿੱਚ। ਉਹਨਾਂ ਨੇ ਆਪਣੀਆਂ ਕੁਝ ਲਾਈਨਾਂ ਦੇ ਵਿੱਚ ਜ਼ਿਕਰ ਕੀਤਾ। ਸਮਾਂ ਸਾਡੇ ਕੋਲ ਮੇਰੇ ਖਿਆਲ ਕਾਫੀ ਸੀਮਿਤ ਹੈਗਾ। ਮੈਂ ਦੱਸ ਦਵਾਂ ਕਿ 2-4 ਲਾਈਨਾਂ ਜਿਹੜੀਆਂ ਮੈਂ ਅੰਡਰਲਾਈਨ ਕੀਤੀਆਂ ਥੱਲੇ ਲੀਕਾਂ ਵਾਲੀਆਂ, ਕਿ ਜਿੱਥੇ ਪੰਜਾਬੀ ਭਾਸ਼ਾ ਨੂੰ ਵਾਚਣਾ ਦਿਲਚਸਪ ਤੇ ਰੌਚਕ ਵਿਸ਼ਾ ਹੈ, ਉੱਥੇ ਪੰਜਾਬੀ ਭਾਸ਼ਾ ਇਸ ਸਮੇਂ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਹ ਤਕਰੀਬਨ ਅਸੀਂ ਗੱਲ ਕਰ ਲਈਏ ਕਿ 17-18 ਸਾਲ ਪਹਿਲੀ ਗੱਲ ਹੈ, ਤੇ ਹੁਣ ਉਸ ਤੋਂ ਬਾਅਦ ਜਿਹੜੀ ਸਥਿਤੀ ਆ ਕਿਹੋ ਜਿਹੀ ਹੋਵੇਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਆ। ਪੰਜਾਬੀ ਭਾਸ਼ਾ ਦੇ ਅਮੀਰ ਵਿਰਸੇ ਦੇ ਬਾਵਜੂਦ ਇਸ ਸਮੇਂ ਇਸ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਵਿਰਸੇ ਦੇ ਬਾਵਜੂਦ ਅਸਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਦੀ ਇਸ ਵਿੱਦਿਆ ਦਾ ਜਿਹੜਾ ਮਾਧਿਅਮ ਬਣਾਉਣ ਤਾਂ ਦੂਰ ਦੀ ਗੱਲ ਹੈ, ਉਹਨੂੰ ਸਕੂਲਾਂ ਦੇ ਵਿੱਚ ਇਸ ਪੜ੍ਹਾਈ ਦਾ ਪ੍ਰਬੰਧ ਵੀ ਨਹੀਂ ਹੈ। ਜੋ ਅਸੀਂ ਗੱਲ ਕਰਦੇ ਹਾਂ ਕਿ ਜੀ ਉਰਦੂ ਜਿਹੜਾ ਹੈ ਉਹ ਪੰਜਾਬੀ ਨੂੰ ਉਹਦਾ ਵਿਕਾਸ ਕਰੇਗਾ, ਇਸ ਵਿਸ਼ੇ ਉੱਤੇ ਅਸੀਂ ਫਿਰ ਗੱਲ ਕਰਾਂਗੇ।
ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤੇ ਜਾਣਾ ਕਿ ਸਾਜ਼ਿਸ਼ ਹੀ ਕਰਾਰ ਦਿੱਤਾ ਜਾ ਸਕਦਾ ਹੈ। ਇਹ ਗੱਲ ਮੈਂ ਅੰਡਰਲਾਈਨ ਕੀਤੀ ਆ। ਔਰ ਭਾਰਤੀ ਪੰਜਾਬ ਦੇ ਵਿੱਚ ਫਿਰ ਵੀ ਪਿਛਲੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਦੂਜਾ ਸਥਾਨ ਦਿੱਤਾ ਜਾਣਾ ਸ਼ੁਰੂ ਕੀਤਾ ਗਿਆ ਹੈ। ਅੰਗਰੇਜ਼ੀ ਭਾਸ਼ਾ ਨੂੰ ਵਿਸ਼ਵੀਕਰਨ ਦੇ ਵਰਤਾਰੇ ਨੇ ਕੇਂਦਰ ਵਿੱਚ ਲੈ ਆਂਦਾ ਹੈ। ਇਸ ਸਾਜ਼ਿਸ਼ ਦਾ ਮੁਕਾਬਲਾ ਬਾਕੀ ਭਾਸ਼ਾਵਾਂ ਨੂੰ ਕਰਨਾ ਪੈਣਾ ਹੈ। ਪੰਜਾਬੀ ਭਾਸ਼ਾ ਲਈ ਵੱਡਾ ਮਸਲਾ ਸ਼ਬਦਾਂ ਦਾ ਮਿਆਰੀਕਰਨ ਹੈ। ਬਹੁਤ ਹੀ ਜਿਹੜੀ ਇਹ ਨੋਟ ਕਰਨ ਵਾਲੀ ਗੱਲ ਹੈ। ਤੇ ਨਾਲ ਦੀ ਨਾਲ ਪੰਜਾਬੀ ਭਾਸ਼ਾ ਦੇ ਵਿਦਵਾਨ ਅਜੇ ਤੱਕ ਇਸ ਪਾਸੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕੇ। ਸੋ ਇਹ ਜਿਹੜੀ ਨਿਸ਼ਾਨਦੇਹੀ ਕੀਤੀ ਆ, ਇਸ ਨਿਸ਼ਾਨਦੇਹੀ ਨੂੰ ਮੇਰੇ ਖਿਆਲ ਬਹੁਤ ਸਮਝਣ ਦੀ ਔਰ ਮਨ ਦੇ ਵਿੱਚ ਰੱਖਣ ਦੀ ਲੋੜ ਹੈਗੀ ਆ। ਨਾਲ ਦੀ ਨਾਲ ਉਹਨੇ ਗੱਲ ਕੀਤੀ ਹੈ ਕਿ ਕੰਪਿਊਟਰੀਕਰਨ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਹ ਯੁੱਗ ਕੰਪਿਊਟਰ ਦਾ ਹੈ ਤੇ ਪੰਜਾਬੀ ਭਾਸ਼ਾ ਨੇ ਇਹ ਚੁਣੌਤੀ ਵੀ ਅਜੇ ਸਵੀਕਾਰ ਕਰਨੀ ਹੈ। ਜਦੋਂ ਅਸੀਂ ਥੋੜਾ ਜਿਹਾ ਮੈਂ ਪਿੱਛੇ ਲੈ ਕੇ ਜਾਵਾਂ ਆਪਣੇ ਦਰਸ਼ਕਾਂ ਨੂੰ, ਇੱਕ ਡੇਨ ਕੇਸੀ ਹੋਈ ਹੈ, ਇੱਕ ਬੜੀ ਇਥੋਂ ਦੀ ਵਧੀਆ ਰਾਈਟਰ ਹੋਈ ਆ, ਉਹਨੂੰ ਕਮਿਸ਼ਨ ਦਿੱਤਾ ਗਿਆ ਸਰਕਾਰ ਨੇ, ਕਿਹਾ ਕਿ ਤੁਸੀਂ ਇਹ ਪਤਾ ਕਰੋ ਕਿ ਜਿਹੜੀ ਸਾਡੀ ਏਸ਼ੀਅਨ ਜਿਹੜੀ ਭਾਈਚਾਰਾ ਹੈ ਉਹ ਪਿੱਛੇ ਕਿੱਦਾਂ ਰਹੀ ਜਾਂਦਾ ਹੈ। ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਕਿ ਪੰਜਾਬੀ ਜਾਂ ਕੰਪਿਊਟਰੀਕਰਨ ਦੀ ਗੱਲ ਕੀਤੀ ਆ ਕਿ ਇਹਨਾਂ ਕਮਿਊਨਿਟੀਜ਼ ਨੂੰ ਕੰਪਿਊਟਰੀਕਰਨ ਦੇ ਵਿੱਚ ਕੀ ਕਹਿੰਦੇ ਖੁੱਲ ਹੋਣੀ ਚਾਹੀਦੀ ਆ, ਉਹਨਾਂ ਨੂੰ ਪੂਰੀ ਸਹੂਲਤ ਹੋਣੀ ਚਾਹੀਦੀ ਆ। ਤੇ ਬਾਕੀ ਬਲਦੇਵ ਜੀ ਥੋੜਾ ਇਹਨੂੰ ਗਾਹ ਫੋਰਵਰਡ ਕਰਨਗੇ। ਹੁਣ ਆਪਣੇ ਕੋਲ ਬਲਦੇਵ ਜੀ ਸਮਾਪਤ ਹੈ। 1 ਮਿੰਟ ਦੇ ਵਿੱਚ ਤੁਸੀਂ ਅੱਜ ਦੀ ਗੱਲ ਕਰੋ, ਇਹ ਤੋਂ ਮੇਰੇ ਖਿਆਲ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਬਾਕੀ ਦੀ ਗੱਲ ਕਰਾਂਗੇ। ਬਿਲਕੁਲ ਜੀ, 1 ਮਿੰਟ ਮੈਂ ਇੱਕ ਤੋਂ ਜ਼ਿਆਦਾ ਨਹੀਂ ਲਊਂਗਾ। ਆਖਰੀ ਸਾਡਾ ਇਸ ਪ੍ਰੋਗਰਾਮ ਦਾ ਮੈਸੇਜ ਇਹ ਆ ਕਿ ਛਿੰਦਰ ਜੀ ਨੇ ਕਿਹਾ, ਦੇਖੋ ਸਾਡਾ ਜਿਹੜੀ ਪਰੰਪਰਾ ਹੈਗੀ ਆ ਉਹ ਗਿਆਨ ਵਿਗਿਆਨ ਦਾ ਸੱਭਿਆਚਾਰ ਭਾਰਤ ਦਾ ਔਰ ਖਾਸ ਕਰ ਪੰਜਾਬ ਦਾ ਸਦਾ ਹੀ ਰਿਹਾ। ਤੇ ਉਹ ਜਿਹੜਾ ਵਾਪਸ ਲਿਆਉਣ ਦੀ ਲੋੜ ਹੈਗੀ ਆ, ਉਹ ਆਪਾਂ ਵਾਪਸ ਕਿਸ ਤਰ੍ਹਾਂ ਲਿਆ ਸਕਦੇ ਹੈਗੇ ਆ, ਉਹਦੀ ਉਦਾਹਰਨ ਹੈਗੀ ਆ ਯੂਰਪ ਦੇ ਵਿੱਚ ਵਿਗਿਆਨਕ ਸੱਭਿਆਚਾਰ ਇਹਨਾਂ ਨੇ ਕਿਸ ਤਰ੍ਹਾਂ ਬਣਾਇਆ। ਆਪਾਂ ਇਹ ਵਿਗਿਆਨਕ ਸੱਭਿਆਚਾਰ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਯੂਰਪ ਦੇ ਵਿਗਿਆਨਕ ਸੱਭਿਆਚਾਰ ਕਿੱਦਾਂ ਬਣਾਇਆ ਗਿਆ ਤੇ ਅਸੀਂ ਉਹਦੇ ਤੋਂ ਕੀ ਸਿੱਖ ਸਕਦੇ ਹਾਂ, ਤਾਂ ਕਿ ਭਾਰਤ ਦੇ ਵਿੱਚ ਆਪਾਂ ਆਪਣਾ ਜਿਹੜਾ ਵਿਰਸੇ ਦਾ ਗਿਆਨ ਵਿਗਿਆਨ ਦਾ ਸੱਭਿਆਚਾਰ ਆ ਉਹਨੂੰ ਵਾਪਸ ਲਿਆ ਸਕੀਏ। ਜੀ ਬਹੁਤ ਬਹੁਤ ਧੰਨਵਾਦ ਬਲਦੇਵ ਜੀ ਤੇ ਸ਼ਿੰਦਰਪਾਲ ਜੀ। ਆਪਣੀ ਜਿਹੜੀ ਅਗਲੀ ਪ੍ਰੋਗਰਾਮ ਹੈ ਉਹਦੇ ਵਿੱਚ ਪੰਜਾਬ ਵਿੱਚ ਵਿਗਿਆਨਕ ਸੱਭਿਆਚਾਰ ਜਿਹੜਾ ਉਹ ਕਿੱਦਾਂ ਪੈਦਾ ਹੋਣਾ, ਜਿਹੜੀ ਹੁਣੇ ਤੁਸੀਂ ਗੱਲ ਕੀਤੀ ਹੈਗੀ ਆ, ਤੇ ਉਹ ਜਿਹੜੀ ਆ ਸੁਭਾਵਾਂ ਕਿਸ ਤਰ੍ਹਾਂ ਕੰਮ ਕਰਨਗੀਆਂ, ਇਹਦੇ ਤੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਵਿਚਾਰ ਕਰਾਂਗੇ। ਅੱਜ ਇਸ ਪ੍ਰੋਗਰਾਮ ਵਿੱਚ ਜੋ ਤੁਸੀਂ ਇਹ ਸਮੱਸਿਆ ਦੇ ਸਵਾਲ ਉਠਾਏ ਨੇ, ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਆ, ਉਹਦੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਹੁਣ ਸਾਡੇ ਨਾਲ ਰਵਿੰਦਰਪਾਲ ਸਿੰਘ ਜੀ ਕੋਹਲੀ ਮੈਂ ਖਿਆਲ ਉਹਨਾਂ ਨੇ ਨਾਲ ਜੁੜ ਗਏ ਹਨ। ਤੇ ਉਹਨਾਂ ਨੇ ਬਹੁਤ ਵਧੀਆ ਇੱਕ ਬਹੁਤ ਕੰਮ ਕੀਤਾ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ। ਕੋਹਲੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਦਾ। ਤੇ ਅੱਜ ਤੁਹਾਨੂੰ ਪਹਿਲੇ ਤੇ ਵਧਾਈ ਦੇਣਾ, ਕਿਉਂਕਿ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਗੁਰੂ ਨਾਨਕ ਦੇਵ ਜੀ ਦੇ 550ਵਾਂ ਜੀ ਪ੍ਰੋਗਰਾਮ ਬਰਮਿੰਘਮ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਕੀਤਾ ਸੀ, ਤੇ ਆਪ ਜੀ ਨੇ ਮੈਨੂੰ ਵੀ ਬੁਲਾਇਆ ਸੀ ਤੇ ਮੈਂ ਵੀ ਉੱਥੇ ਹਾਜ਼ਰ ਸਾਂ। ਤੇ ਜਦੋਂ 550 ਮਿਊਜ਼ੀਸ਼ੀਅਨ ਇਕੱਠੇ ਕਰਕੇ ਸ਼ਬਦ ਗਾਇਨ ਕੀਤਾ ਸੈਂਟਰਲ ਲਾਇਬ੍ਰੇਰੀ ਦੇ ਵਿੱਚ, ਜਿਹਦੀ 10 ਨਵੰਬਰ ਨੂੰ, ਤੇ ਉਹ ਆਪ ਜੀ ਨੂੰ ਵਰਲਡ ਬੁੱਕ ਆਫ ਰਿਕਾਰਡ ਦੇ ਵਿੱਚ ਉਹ ਰਿਕਾਰਡ ਉਹਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਸਰਟੀਫਿਕੇਟ ਦਿੱਤਾ ਗਿਆ। ਉਹਦੇ ਬਾਰੇ ਦੱਸੋ ਵੀ ਇਹ ਖਿਆਲ ਕਿੱਦਾਂ ਆਇਆ ਕੋਹਲੀ ਸਾਹਿਬ ਤੁਹਾਨੂੰ? ਖਿਆਲ ਕਰਤੇ ਹੱਥ ਵਡਿਆਈਆਂ। ਗੁਰੂ ਮਹਾਰਾਜ ਆਪ ਗੁਰੂ ਨਾਨਕ ਸਾਹਿਬ ਬਾਣੀ ਦੇ ਸਾਗਰ, ਮਿਹਰ ਦੀ ਗਾਗਰ ਤੇ ਸੱਚ ਦੇ ਸੌਦਾਗਰ, ਉਹਨਾਂ ਦਾ ਬਹੁਤ ਵੱਡਾ ਦਿਵਸ 550ਵਾਂ ਪ੍ਰਕਾਸ਼ ਉਤਸਵ। ਤੇ ਅਸੀਂ ਵਿਚਾਰ ਕੀਤਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਨਵੇਕਲੇ ਕਿਸਮ ਦਾ ਹੋਣਾ ਚਾਹੀਦਾ ਹੈ। ਅਸੀਂ ਸਾਰੀ ਸੰਸਥਾਵਾਂ, ਗੁਰੂ ਘਰ, ਜਥੇਬੰਦੀਆਂ ਦਾ ਅਤੀ ਸਤਿਕਾਰ ਕਰਦੇ ਹਾਂ। ਇਹ ਗੁਰੂ ਮਹਾਰਾਜ ਦੇ ਘਰ ਨੇ, ਜੁਗੋ ਜੁਗ ਅਟਲ ਨੇ। ਅਸੀਂ ਇੱਕ ਨਵਾਂ ਕਨਸੈਪਟ ਜਾਂ ਆਈਡੀਆ ਕੋਸ਼ਿਸ਼ ਕੀਤਾ, ਇਨਸੈਪਟ ਕੀਤਾ ਕਿ ਜਿਹੜਾ ਗੁਰੂ ਮਹਾਰਾਜ ਦੀ ਅਨਮੋਲ ਟੀਚਿੰਗਸ ਨੇ, ਗੁਰੂ ਮਹਾਰਾਜ ਦੀ ਥਿਓਲੋਜੀ, ਫਿਲਾਸਫੀ, ਉਸ ਨੂੰ ਗੁਰੂ ਘਰ ਚੋਂ ਬਾਹਰ ਲਿਆ ਕੇ ਪੂਰੀ ਦੁਨੀਆ ਦੇ ਅੱਗੇ ਪੇਸ਼ ਕਰੀਏ। ਔਰ ਇਹ ਉਪਰਾਲਾ ਜਿਹੜਾ ਅਸੀਂ ਕੋਸ਼ਿਸ਼ ਕੀਤੀ, ਕਿਉਂਕਿ ਜਿਸਕਾ ਪਿਤਾ ਤੂੰ ਹੈ ਮੇਰੇ ਸੁਆਮੀ,
ਜਿਸ ਦਾ ਪਿਤਾ ਇੰਨਾ ਵੱਡਾ ਹੋਏ ਤੇ ਉਹਨਾਂ ਦਾ ਵੈਨਿਊ ਵੀ ਇੰਨਾ ਹੀ ਵੱਡਾ ਹੋਣਾ ਚਾਹੀਦਾ ਸੀ। ਸੋ ਅਸੀਂ ਹੂੰ ਸੋਚਿਆ ਕਿ ਬਰਮਿੰਘਮ ਦੇ ਵਿੱਚ ਜਿਹੜਾ ਇਸ ਤੋਂ ਵਧੀਆ ਹੋਰ ਕੋਈ ਵੈਨਿਊ ਨਹੀਂ ਹੋਏਗਾ। ਸੋ ਅਸੀਂ ਸਾਰਿਆਂ ਨੇ ਰਲ ਕੇ, ਸਾਰੇ ਜਥੇਬੰਦੀਆਂ, ਸਾਰੇ ਭੈਣ ਭਰਾਵਾਂ ਨੇ ਬਰਮਿੰਘਮ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ। ਉਹ ਮਹਾਰਾਜ ਆਪ ਸਹਾਈ ਹੋਇਆ। बस खाली एक लफ्ज मैं कहूँगा, कबीर ना हम किया ना करेंगे, जो ऊपर वाला सच्चा पातशाह उन्हें आप करवाया, सारा कुछ आप सही होया जी। ਸੋ ਆਪ ਜੀ ਨੂੰ ਇਹ ਜਿਹੜਾ ਮਾਣ ਪੱਤਰ ਦਿੱਤਾ ਗਿਆ ਲੰਡਨ ਦੇ ਵਿੱਚ, ਉਹਦੀ ਤਾਂ ਜੀ ਮੈਂ ਵਧਾਈ ਦੇਣੀ ਦੇਣੇ ਤੇ ਅੱਜ ਤੋਂ ਜਿਹੜੇ ਇਹ ਬਹੁਤ ਵਧੀਆ ਵਧੀਆ ਪ੍ਰੋਗਰਾਮ ਜਿਹੜੇ ਹੈਗੇ, ਕਿਉਂਕਿ ਇਹ ਇੱਕ ਨਵਾਂ ਹੀ ਮੇਰਾ ਖਿਆਲ ਆਈਡੀਆ ਜਾਂ ਕਨਸੈਪਟ ਜਾਂ ਤੁਸੀਂ ਇਹ ਲਿਆ ਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਤੇ ਜੀ ਇਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਜਿਹੜੇ ਬੱਚੇ, ਮੇਰਾ ਖਿਆਲ ਛੋਟੇ ਛੋਟੇ ਬੱਚੇ ਵੀ ਆਏ ਤੇ ਮਿਊਜ਼ੀਸ਼ੀਅਨ ਜੀ ਜਿਹੜੇ ਤਕੜੇ ਮਿਊਜ਼ੀਸ਼ੀਅਨ ਉਹ ਵੀ ਸੀਗੇ ਤੇ ਬਹੁਤ ਜੀ ਜੀ ਵਧੀਆ, ਮਤਲਬ ਉਹ ਜਿਹੜਾ ਸ਼ਬਦ ਦਾ ਜਿਹੜਾ ਗਾਨ ਕੀਤਾ ਤੇ ਚਲੋ ਬੜੇ ਬੜੇ ਲੋਕਾਂ ਨੂੰ ਬੁਲਾਇਆ ਗਿਆ ਸੀ, ਸੱਦਿਆ ਗਿਆ ਸੀਗਾ। ਪਰ ਇਹ ਹੈਗਾ ਵੀ ਇਸ ਤੋਂ ਅਗਲਾ ਸਟੈਪ ਜਿਹੜਾ ਹੁਣ ਅਸੀਂ ਜੀ ਕੀ ਕਰਨਾ ਚਾਹਾਂਗੇ, ਜਿਹਦੇ ਨਾਲ ਅਸੀਂ, ਕਿਉਂਕਿ ਸੰਗਤ ਦੀ ਇਕੱਠਤਾ ਹੀ ਸਾਨੂੰ ਚਾਹੀਦੀ ਆ, ਗੁਰੂ ਜੀ ਦੇ ਜਿਹੜੀ ਟੀਚਿੰਗਸ ਹੈਗੀਆਂ, ਜਿਹੜੇ ਉਹਨਾਂ ਦੀ ਸਾਨੂੰ ਉਹਦੇ ਤੇ ਫੋਲੋ, ਜਿਹੜੇ ਸਿਧਾਂਤ ਹੈਗੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਕੀ ਅਗਲਾ ਬਿਲਕੁਲ ਸਟੈਪ ਤੁਸੀਂ ਸਹੀ ਇਸ ਹੈ ਤੋਂ ਬਾਅਦ ਕੀ ਕਰਨਾ ਹੈ? ਜੀ। ਅਸੀਂ ਜਿਹੜੀ ਗਲੋਬਲ ਸਿੱਖ ਵਿਜ਼ਨ ਹੈ, ਇੱਕ ਨਾਨ ਪ੍ਰੋਫਿਟ ਚੈਰਿਟੀ ਹੈ। ਆਈ ਵਿਲ ਸੇ ਕਿ ਇਜ਼ ਅ ਨਾਨ ਪ੍ਰੋਫਿਟ ਸਿੱਖ ਚੈਰਿਟੀ, ਤੇ ਇਹਦਾ ਮੇਨ ਜਿਹੜਾ ਉਪਰਾਲਾ ਹੀ ਹੈ ਕਿ ਜਿਹੜੀ ਗੁਰੂ ਮਹਾਰਾਜ ਦੀ ਟੀਚਿੰਗਸ ਨੇ, ਤੇ ਸਪੈਸ਼ਲੀ ਜਿਹੜੀ ਯੰਗ ਜਿਹੜੀ ਸਾਡੀ ਜਨਰੇਸ਼ਨ ਹੈ, ਉਸ ਨੂੰ ਗੁਰੂ ਘਰ ਦੇ ਨਾਲ ਜੋੜੀਏ, ਗੁਰਸਿੱਖੀ ਨਾਲ ਜੋੜੀਏ, ਤੇ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ, ਕਿਉਂਕਿ ਇੱਥੇ ਦੇ ਜਿਹੜੇ ਜੰਪਲ ਨੇ ਉਹ ਇੰਗਲਿਸ਼ ਜਾਣਦੇ ਨੇ। ਉਹ ਵਿਦ ਡਿਊ ਰਿਸਪੈਕਟ, ਤੁਸੀਂ ਆਪ ਹੀ ਦੇਖਿਆ ਹੋਣਾ, ਨੋ ਡਿਸਰਿਸਪੈਕਟ ਟੂ ਐਨੀਬਡੀ, ਗੁਰੂ ਘਰ 'ਚ ਤੁਸੀਂ ਜਾ ਕੇ ਦੇਖੋ, ਛੋਟੇ ਬੱਚੇ ਬਾਹਰ ਖੇਡਦੇ ਹੁੰਦੇ ਨੇ, ਅੰਦਰ ਹਾਰਡਲੀ ਐਨੀਬਡੀ ਇਜ਼ ਦੇਅਰ, ਸਿੰਪਲੀ ਹੂੰ ਬਿਕੋਜ਼ ਇੰਗੇਜਿੰਗ ਥਿੰਗਸ ਆਰ ਨਾਟ ਦੇਅਰ। ਸੋ ਸਾਡਾ ਜਿਹੜਾ ਇਹ ਉਪਰਾਲਾ ਹੈ, ਅਸੀਂ ਕੋਸ਼ਿਸ਼ ਕਰਨੇ ਆ, ਇੱਕ ਨਿਮਾਣਾ ਜਿਹਾ ਉਪਰਾਲਾ ਹੈ ਕਿ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ, ਸਾਡੀ ਹੂੰ ਨਵੀਂ ਹੂੰ ਪਨੀਰੀ ਹੈ, ਉਸ ਨੂੰ ਗੁਰੂ ਘਰ ਦੇ ਨਾਲ ਜੋੜੀਏ, ਤੇ ਉਹਨਾਂ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ੈਲੀ ਸਮਝ ਆਉਂਦੀ ਹੈ, ਉਹਨਾਂ ਦੀ ਜਿਹੜੀ ਜ਼ਬਾਨ ਸਮਝ ਆਉਂਦੀ ਹੈ, ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਹੈ, ਉਹਨੂੰ ਹੂੰ ਕਰੀਏ। ਤੇ ਇਹ ਬੇਸਿਕਲੀ ਸਾਡਾ ਜਿਹੜਾ ਕਨਸੈਪਟ ਹੈ। ਤੇ ਅਸੀਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਸੀਗਾ, ਇਸ ਕਾਲ ਗੋਲਡਨ ਮੂਮੈਂਟਸ। ਉਹ ਅਸੀਂ ਅਗਲੇ ਮਹੀਨੇ ਅਗਸਤ ਦੇ ਵਿੱਚ ਕਰਨਾ ਸੀ, ਬਟ ਅਨਫੋਰਚੂਨੇਟਲੀ ਬਿਕੋਜ਼ ਆਫ ਕੋਵਿਡ-19 ਉਹ ਅਸੀਂ ਕੈਂਸਲ ਕਰ ਦਿੱਤਾ ਹੈ। ਪਰ ਹੁਣ ਜਿਹੜਾ ਅਗਲਾ ਅਸੀਂ ਪ੍ਰੋਜੈਕਟ ਆਲਰੇਡੀ ਇਨਸੈਪਟਡ ਇਨ ਪ੍ਰੋਸੈਸ, ਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਬੜੇ ਵੱਡੇ ਪੱਧਰ ਤੇ 2 ਦਿਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਉਤਸਵ ਬੜੀ ਧੂਮ-ਧਾਮ ਅਤੇ ਸ਼ਰਧਾ ਦੇ ਨਾਲ ਅਸੀਂ ਮਨਾਵਾਂਗੇ ਬਰਮਿੰਘਮ ਦੇ ਵਿੱਚ। ਜਿਹੜੀ ਠੀਕ ਹੈ, ਜਿਹੜਾ ਹੁਣ ਕੋਵਿਡ ਦੇ ਨਾਲ ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਬੰਦ ਹੋਏ ਆ, ਜਾਂ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ, ਅੱਗੇ ਵਧਾਉਣਾ ਪਿਆ ਹੈਗਾ, ਕਿਉਂਕਿ ਹਾਲੇ ਵੀ ਕੋਹਲੀ ਸਾਹਿਬ ਗੱਲ ਤੇ ਇਹ ਹੈ ਨਾ ਵੀ, ਕਿਉਂਕਿ ਇਹ ਬਿਮਾਰੀ ਜਿਹੜੀ ਆ, ਇਹ ਪੂਰਾ ਇਹਦਾ ਦਵਾਈ ਨਹੀਂ ਮਿਲੀ ਤੇ ਹਾਲੇ ਵੀ ਇਹ ਫੈਲੀ ਹੋਈ ਹੈ, ਦੁਨੀਆ 'ਚ ਫੈਲੀ ਜਾ ਰਹੀ ਹੈ। ਸੈਕੰਡ ਵੇਵ ਵੀ ਕਈ ਜਗ੍ਹਾ ਦੇ ਉੱਤੇ ਇਹ ਆ ਗਿਆ ਹੈਗਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਪਰ ਅੱਜ ਸਾਨੂੰ ਮੇਰੇ ਖਿਆਲ ਥੋੜ੍ਹੀ ਜਿਹੀ ਮਾਡਰਨ ਟੈਕਨੋਲੋਜੀ ਵੀ ਵਰਤਣੀ ਪਵੇਗੀ। ਜ਼ੂਮ ਹੈ ਜਾਂ ਹੋਰ ਚੀਜ਼ਾਂ ਹੈਗੀਆਂ, ਮੇਰਾ ਖਿਆਲ ਜਿਹੜਾ ਜੀ ਵੀ ਜੀ ਤੁਹਾਡਾ ਪ੍ਰੋਗਰਾਮ ਹੈ, ਉਹੋ ਜੇ ਜੀ ਐਡੀ ਵੱਡੀ ਸਕੇਲ ਦੇ ਉੱਤੇ ਅਸੀਂ ਨਹੀਂ ਕਰ ਸਕਦੇ, ਤੇ ਮੇਰਾ ਖਿਆਲ ਉਹ ਆਪਾਂ ਥੋੜ੍ਹੇ ਜਿਹੇ ਜ਼ੂਮ ਦੇ ਜ਼ਰੀਏ ਜਿਹਦੇ ਵਿੱਚ ਕਾਫੀ ਪਾਰਟੀਸਪੈਂਟ ਆ ਸਕਦੇ, 100 ਤੱਕ ਆ ਸਕਦਾ ਹੈਗਾ। ਤੇ ਮੇਰਾ ਖਿਆਲ ਕੁਛ ਇਹੋ ਜਿਹਾ ਵੀ ਮਾਡਰਨ ਟੈਕਨੋਲੋਜੀ ਨੂੰ ਵਰਤ ਕੇ, ਕਿਉਂਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੀ, ਜਾਂ ਬੱਚਿਆਂ ਦੇ ਲਈ ਉਹ ਚੀਜ਼ ਪੈਦਾ ਕੀਤੀ ਜਾਵੇ ਜਿਹੜਾ ਸਾਡੇ ਸਿੱਖੀ ਸਿਧਾਂਤ ਉਹਨਾਂ ਤੱਕ ਪਹੁੰਚ ਸਕੇ। ਤੇ ਇਸ ਨੂੰ ਮੇਰਾ ਜੀ ਖਿਆਲ ਜੀ ਇੰਨਾ ਨਾ ਰੋਕੋ, ਜੇ ਤੁਹਾਡਾ ਵੀ ਕੋਈ ਨਵੀਂ ਚੀਜ਼ ਤੁਸੀਂ ਪੇਸ਼ ਕਰਨੀ ਚਾਹੁੰਦੇ, ਮੇਰੇ ਖਿਆਲ ਮਾਡਰਨ ਟੈਕਨੋਲੋਜੀ ਵਰਤ ਕੇ ਕਰ ਲੈਣੀ ਚਾਹੀਦੀ ਹੈ। ਸਤਪਾਲ ਜੀ, ਅਸੀਂ ਤੁਹਾਡਾ ਜਿਹੜਾ ਸੁਝਾਅ ਹੈ ਅਤੀ ਸਤਿਕਾਰਯੋਗ ਹੈ, ਕਿਉਂਕਿ ਅਸੀਂ ਆਪ ਜੀ ਨੂੰ ਪਤਾ ਹੈ, ਅਸੀਂ ਆਪ ਜੀ ਦਾ ਬੜਾ ਸਨੇਹ ਤੇ ਆਦਰ ਕਰਦੇ ਹਾਂ, ਐਂਡ ਯੂ ਆਰ ਵਨ ਆਫ ਆਵਰ ਆਈਡਲ। ਤੇ ਬੜੀ ਮਿਹਰਬਾਨੀ ਆਪ ਜੀ ਦਾ, ਬਹੁਤ ਬਹੁਤ ਸੁਜੈਸ਼ਨ ਦੇਣ ਦਾ, ਅਸੀਂ ਉਸ ਨੂੰ ਬਿਲਕੁਲ ਪਰਸਿਊ ਕਰਾਂਗੇ ਸਰ। ਅੱਜ ਦੇ ਸਮਾਂ ਕੱਢਣ ਦਾ ਤੇ ਸਿੱਖ ਚੈਨਲ ਦੇ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ, ਤੇ ਫਿਰ ਤੁਹਾਨੂੰ ਦੁਬਾਰਾ ਵਧਾਈ ਹੈ। ਤੇ ਜਿਹੜੇ ਵੀ ਤੁਸੀਂ ਪ੍ਰੋਜੈਕਟ ਹੈਗੇ ਉਹਨਾਂ ਨੂੰ ਇਸ ਤਰ੍ਹਾਂ ਸਾਡਾ ਸਹਿਯੋਗ ਤੁਹਾਡੇ ਨਾਲ ਹਮੇਸ਼ਾ ਰਹੇਗਾ। ਹਮੇਸ਼ਾ ਅਸੀਂ ਤੁਹਾਡੇ ਨਾਲ ਜੋ ਵੀ ਹੁਕਮ ਹੋਵੇਗਾ, ਜਿਹੜੀ ਵੀ ਸਲਾਹ ਜਾਂ ਕੁਝ ਵੀ ਤੁਸੀਂ ਕਰਨਾ ਚਾਹੋ, ਤੁਹਾਨੂੰ ਪਤਾ ਹੀ ਹੈ ਅਸੀਂ ਤੁਹਾਡੇ ਨਾਲ ਹਾਂ ਹਮੇਸ਼ਾ। ਬਹੁਤ ਬਹੁਤ ਧੰਨਵਾਦ, ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਕੰਮ ਕਰਦੇ ਰਹੋ। ਕੋਹਲੀ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਫਤਿਹ। ਪਿਆਰੇ ਦਰਸ਼ਕੋ, ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਪੰਜਾਬੀ ਦੀ ਅਸੀਂ ਗੱਲ ਕਰ ਰਹੇ ਸੀ, ਤੇ ਕੋਹਲੀ ਸਾਹਿਬ ਜਿਹੜੇ ਨਵੇਂ ਸਾਡੇ ਕੋਲ ਆਈਡੀਆਜ਼ ਲਈ ਲੈ ਕੇ ਆ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਇਹਨਾਂ ਦਾ ਸਾਡੇ ਕੋਲ ਗੱਲਬਾਤ ਕਰਨ ਲਈ ਪਹੁੰਚਣ ਦਾ ਵੀ ਬਹੁਤ ਬਹੁਤ ਧੰਨਵਾਦ।
ਅਗਲੇ ਪ੍ਰੋਗਰਾਮ ਤੱਕ ਦਿਓ ਆਗਿਆ ਤੇ ਫਿਰ ਆਪ ਜੀ ਦੇ ਨਾਲ ਹੋਰ ਗੱਲਾਂ ਤੇ ਹੋਰ ਵੱਖਰੇ ਵੱਖਰੇ ਸਬਜੈਕਟ ਦੇ ਨਾਲ ਲੈ ਕੇ ਫਿਰ ਹਾਜ਼ਰ ਹੋਵਾਂਗਾ। ਕਿਸੇ ਕਿਸਮ ਦੀ ਮੈਂ ਗਲਤੀ ਕਰ ਗਿਆ ਹੋਵਾਂ ਤੇ ਜ਼ਰੂਰ ਮਾਫ ਕਰ ਦੇਣਾ। ਆਓ ਵਿਦਾਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।